ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ PYQ PSSB ਦੀ PYQ ਸੀਰੀਜ਼ ਦਾ ਪੇਪਰ ਨੰਬਰ 3 ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਆਪਾਂ PSSB ਕਲਰਕ ਦਾ ਜੋ 12 ਦਸੰਬਰ ਨੂੰ ਇੱਕ ਪੇਪਰ ਹੋਇਆ ਸੀਗਾ, ਠੀਕ ਆ, ਉਹਦੀ ਦੂਜੀ ਸ਼ਿਫਟ ਲੈ ਕੇ ਆਵਾਂਗੇ, ਈਵਨਿੰਗ ਸ਼ਿਫਟ। ਇਸ ਤੋਂ ਪਹਿਲਾਂ ਆਪਾਂ ਪਹਿਲੀ ਸ਼ਿਫਟ ਆਲਰੇਡੀ ਕਰ ਚੁੱਕੇ ਹਾਂ, ਠੀਕ ਆ, ਜਿਹੜੀ ਤੁਸੀਂ ਦੇਖ ਸਕਦੇ ਹੋ। ਸੋ ਸਿਰਫ ਜੀਕੇ ਦਾ ਐਨਾਲਾਈਜ਼ ਆਪਾਂ ਕਰ ਰਹੇ ਹਾਂ, ਐਜ਼ ਏ ਮੌਕ ਟੈਸਟ ਆਪਾਂ ਕਰ ਰਹੇ ਹਾਂ, ਤਾਂ ਤੁਸੀਂ ਚੰਗੀ ਤਰ੍ਹਾਂ ਇਹ ਕਲਾਸ ਨੂੰ ਦੇਖਣਾ ਵਾ। ਸੋ ਜੋ ਵੀ ਕੈਂਡੀਡੇਟ ਨਵਾਂ ਤਿਆਰੀ ਕਰਨ ਲੱਗਿਆ ਉਹਦੇ ਲਈ ਤਾਂ ਇਹ ਬੈਨੀਫੀਸ਼ੀਅਲ ਹੋਊਗੀ ਕਿ ਪੇਪਰ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ। ਜਿਹੜੇ ਕੈਂਡੀਡੇਟ ਆਲਰੇਡੀ ਤਿਆਰੀ ਕਰ ਚੁੱਕੇ ਨੇ ਉਹਨਾਂ ਲਈ ਇੱਕ ਕੁਇਕ ਰਿਵੀਜ਼ਨ ਹੋ ਜਾਏਗੀ, ਠੀਕ ਆ ਜੀ। ਸੋ ਤੁਸੀਂ ਇਹ ਕਲਾਸਾਂ ਚੰਗੀ ਤਰ੍ਹਾਂ ਦੇਖਣੀਆਂ ਨੇ, ਬਹੁਤ ਇੰਪੋਰਟੈਂਟ ਕਲਾਸਾਂ ਨੇ। ਸੋ ਇਸ ਕਲਾਸਾਂ ਦਾ ਮੈਂ ਓਵਰਵਿਊ ਤੁਹਾਨੂੰ ਦੇ ਦਿੰਦਾ ਕਿ ਟੋਟਲ 16 ਪੇਪਰ ਕਰਾਂਗੇ, ਜਿਹਦੇ ਵਿੱਚ ਕਿ PSSB ਨੇ 2021 'ਚ ਜਿੰਨੇ ਵੀ ਪੇਪਰ ਕੰਡਕਟ ਕਰਾਏ ਸੀਗੇ ਸਾਰੇ ਕਰਾਂਗੇ। ਪਟਵਾਰੀ, ਐਗਜ਼ਾਈਜ਼, ਕਾਨੂੰਗੋ, ਜੇਲ੍ਹ ਵਾਰਡਨ, ਜੇਲ੍ਹ ਸੁਪਰੀਡੈਂਟ ਆਪਾਂ ਕਰ ਲਿਆ। ਕਲਰਕ ਦੇ ਜਿਹੜੇ 4 ਪੇਪਰ ਹੋਏ ਸੀ ਉਹਦੇ ਵੀ ਆਪਾਂ ਸਾਰਾ ਐਨਾਲਾਈਜ਼ ਕਰਾਂਗੇ। ਸੋ ਜਿੰਨੇ ਵੀ ਪੇਪਰ ਹੋਏ ਸੀ ਸਾਰਿਆਂ ਦਾ ਐਨਾਲਾਈਜ਼ ਆਪਾਂ ਡਿਟੇਲ 'ਚ ਕਰਾਂਗੇ, ਠੀਕ ਹੈ। ਐਜ਼ ਏ ਮੌਕ ਟੈਸਟ ਆਪਾਂ ਕਰ ਰਹੇ ਹਾਂ, ਤੁਸੀਂ ਮੈਨੂੰ ਆਨਸਰ ਦੇਣਾ ਨਾਲ ਦੀ ਨਾਲ, ਠੀਕ ਹੈ ਜੀ। ਨਾਲ ਦੀ ਨਾਲ ਮੈਂ ਤੁਹਾਨੂੰ ਪੁੱਛੀ ਜਾਵਾਂਗਾ, ਤਾਂ ਨਾਲ ਦੀ ਨਾਲ ਹੀ ਤੁਸੀਂ ਆਨਸਰ ਆਪਦਾ ਦੇਣਾ ਵਾ, ਆਪਣੇ ਦਿਮਾਗ ਦੇ ਵਿੱਚ ਮਤਲਬ ਸੋਚਣਾ ਵਾ, ਠੀਕ ਆ। ਸੋ ਉਸ ਤੋਂ ਬਾਅਦ ਮੈਂ ਆਨਸਰ ਟਿਕ ਕਰ ਦਾਂਗਾ। ਤਾਂ ਜਿਹੜੇ ਵੀ ਕੁਐਸਚਨ ਐਕਸਪਲੇਨ ਕਰਨ ਵਾਲੇ ਹੋਣਗੇ ਮੈਂ ਉਹੀ ਕੁਐਸਚਨ ਐਕਸਪਲੇਨ ਕਰੂੰਗਾ ਜਿਹਦੇ ਵਿੱਚ ਮੈਨੂੰ ਲੱਗੂਗਾ ਕਿ ਹਾਂ ਇਹਦੇ ਉੱਤੇ ਹੋਰ ਕੁਐਸਚਨ ਬਣ ਸਕਦੇ ਨੇ ਆਉਣ ਵਾਲੇ ਪੇਪਰ 'ਚ, ਉਸ ਟੌਪਿਕ ਤੇ ਉਹੀ ਆਪਾਂ ਥੋੜਾ ਬਹੁਤ ਐਕਸਪਲੇਨ ਕਰਾਂਗੇ, ਕਿਉਂਕਿ ਨਹੀਂ ਜ਼ਿਆਦਾ ਵੀਡੀਓ ਲੰਬੀ ਹੋ ਜਾਏਗੀ, ਫਿਰ ਆਪਣੇ ਲਈ ਥੋੜੀ ਜੀ ਇਸ਼ੂ ਹੋ ਜਾਏਗਾ। ਸੋ ਟਾਈਮ ਵੀ ਆਪਾਂ ਜ਼ਿਆਦਾ ਨਹੀਂ ਖਰਾਬ ਕਰਨਾ। ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਆਪਣਾ ਕਲਰਕ ਦਾ ਈਵਨਿੰਗ ਸ਼ਿਫਟ, ਠੀਕ ਹੈ ਜੀ। ਕਲਰਕ ਦੇ ਈਵਨਿੰਗ ਸ਼ਿਫਟ ਦੇ ਵਿੱਚ ਪੇਪਰ ਹੋਇਆ ਸੀ, 40 ਕੁਐਸਚਨ ਆਏ ਸੀ, ਜਿਹਦੇ ਵਿੱਚੋਂ ਕਿ 20 ਕੁਐਸਚਨ ਜੀਕੇ ਤੇ 20 ਕੁਐਸਚਨ ਆਪਣੇ ਪੰਜਾਬ ਜੀਕੇ ਦੇ ਆਏ ਸੀ, ਠੀਕ ਹੈ ਜੀ। ਟੋਟਲ 40 ਸੀ, ਮਤਲਬ ਇੱਧਰ ਉੱਧਰ ਹੋ ਸਕਦਾ 22-23 ਕੁਐਸਚਨ ਜੀਕੇ ਤੇ 17-18 ਕੁਐਸਚਨ ਪੰਜਾਬ ਜੀਕੇ। ਸੋ ਟੋਟਲ ਮਿਲਾ ਕੇ 40 ਆਏ ਸੀ। ਸ਼ੁਰੂ ਕਰਦੇ ਹਾਂ ਜੀ। ਕੁਐਸਚਨ ਨੰਬਰ 62, ਠੀਕ ਹੈ ਜੀ। ਇਹਦੇ ਵਿੱਚ ਇਹਨਾਂ ਨੇ ਕਿਹਾ ਜੀ ਗੁਰਦੁਆਰਾ ਜਿਹੜਾ ਮੱਲ ਅਖਾੜਾ ਸਾਹਿਬ ਇਜ਼ ਨੋਨ ਫॉर ਫੈਮਿਲੀ ਹੋਮ ਆਫ, ਠੀਕ ਆ। ਗੁਰਦੁਆਰਾ ਮੱਲ ਅਖਾੜਾ ਸਾਹਿਬ ਡੈਸ਼ ਦੇ ਪਰਿਵਾਰਕ ਘਰ ਲਈ ਜਾਣਿਆ ਜਾਂਦਾ ਹੈ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਨਾਨਕ ਦੇਵ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ, ਦੱਸੋ ਜੀ। ਸੋ ਆਪਾਂ ਤੁਹਾਨੂੰ 5 ਤੋਂ 10 ਸੈਕਿੰਡ ਦਾ ਟਾਈਮ ਦੇਵਾਂਗੇ, ਤੁਸੀਂ ਸੋਚਣਾ ਵਾ। ਵੀਡੀਓ ਨੂੰ ਪਾਊਸ ਕਰ ਲਓ ਅਗਰ ਤੁਹਾਨੂੰ ਲੱਗਦਾ ਵਾ ਕਿ ਜ਼ਿਆਦਾ ਤੇਜ਼ ਬੋਲ ਰਹੇ ਹਾਂ ਆਪਾਂ। ਸੋ ਬਿਲਕੁਲ ਸਹੀ ਜੀ, ਗੁਰੂ ਅੰਗਦ ਦੇਵ ਜੀ ਇਹਦਾ ਬਿਲਕੁਲ ਸਹੀ ਹੋ ਜਾਊਗਾ। ਸਿੱਖਾਂ ਦੇ ਆਪਣੇ ਇਹ ਦੂਜੇ ਗੁਰੂ ਸੀ, ਠੀਕ ਆ ਜੀ। ਸੋ ਇਹਨਾਂ ਦਾ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਉੱਤੇ ਇੱਕ ਹੋਰ ਕੁਐਸਚਨ ਬਣਦਾ ਕਿ ਆਪਣੇ ਗੁਰਮੁਖੀ ਲਿਪੀ ਦੀ ਖੋਜ ਕਿਹਨੇ ਕੀਤੀ ਸੀ। ਤੁਸੀਂ ਨਾ ਇੱਕ ਕੰਮ ਕਰਨਾ, 1 ਮਿੰਟ ਮੈਂ ਤੁਹਾਨੂੰ ਆਹ ਕਲੀਅਰ ਕਰਕੇ ਦੱਸਦਾ। ਗੁਰਮੁਖੀ ਲਿਪੀ ਦੀ ਖੋਜ ਵੀ ਇਹਨਾਂ ਨੇ ਹੀ ਕੀਤਾ ਸੀਗਾ, ਆਪਣਾ ਗੁਰੂ ਅੰਗਦ ਦੇਵ ਜੀ, ਠੀਕ ਆ ਜੀ। ਸੋ ਪੇਪਰ 'ਚ ਇਹ ਵੀ ਕੁਐਸਚਨ ਆਉਂਦਾ। ਤੁਸੀਂ ਨਾ ਇੱਕ ਕਾਪੀ ਲੈ ਲਓ, ਜੀਕੇ ਲਈ ਇੱਕ ਕਾਪੀ ਲਾਉਣੀ ਆ ਤੁਸੀਂ, 10-20 ਰੁਪਏ ਦਾ ਜਿਹੜਾ ਛੋਟੀ ਕਾਪੀ ਹੁੰਦੀ ਆ, ਤੁਸੀਂ ਉਹ ਲਾ ਲਓ। ਉਹਦੇ ਉੱਤੇ ਨਾ ਤੁਸੀਂ ਜਿਹੜੀ ਵੀ ਐਡੀਸ਼ਨਲ ਫੈਕਟ ਤੁਹਾਨੂੰ ਕਿਤੋਂ ਵੀ ਮਿਲਦੇ ਨੇ, ਚਾਹੇ ਕਿਸੇ ਪੇਪਰ ਦੇ ਵਿੱਚੋਂ, ਕਿਸੇ ਕਲਾਸ ਦੇ ਵਿੱਚੋਂ, ਉਹਨੂੰ ਤੁਸੀਂ 1 ਲਾਈਨਰ ਬਣਾ ਕੇ ਲਿਖਣਾ। ਮਤਲਬ ਟੌਪਿਕ ਵਾਈਜ਼ ਤਾਂ ਤੁਸੀਂ ਆਪਣੀ ਅਲੱਗ ਲਾ ਹੀ ਰਹੀ ਹੋਣੀ ਆ, ਤੁਸੀਂ ਇੱਕ 1 ਲਾਈਨਰ ਜੀਕੇ ਤੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਇੱਕ ਨਾ 1 ਲਾਈਨਰ ਲਾ ਲਓ, ਇੱਕ ਕਾਪੀ ਲਾ ਲਓ, 20 ਰੁਪਏ ਦੀ ਕਾਪੀ ਆਏਗੀ। ਜਿਵੇਂ ਜਿਵੇਂ ਤੁਹਾਨੂੰ ਲੱਗੀ ਜਾਊਗਾ, ਸਾਰੇ ਇਦਾਂ ਨਹੀਂ ਕਿ ਤੁਸੀਂ ਕੁਐਸਚਨ ਲਿਖ ਦੇਣੇ ਆ, ਕਈ ਵਾਰ ਕੁਝ ਐਡੀਸ਼ਨਲ ਫੈਕਟ ਹੁੰਦੇ ਨੇ ਜਿਹੜੇ ਤੁਹਾਨੂੰ ਨਹੀਂ ਪਤਾ ਹੁੰਦੇ, ਇੱਕਦਮ ਤੁਸੀਂ ਨੋਟ ਕਰ ਲੈਣੇ ਆ। ਉਹ ਤੁਹਾਡੇ ਪੇਪਰ ਤੋਂ ਪਹਿਲਾਂ ਕੁਇਕ ਰਿਵੀਜ਼ਨ ਲਈ ਕੰਮ ਆਉਣਗੇ, ਠੀਕ ਆ ਜੀ। ਸੋ ਇਹ ਕੁਐਸਚਨ ਹੋ ਗਿਆ ਆਪਣਾ। ਨੈਕਸਟ ਕੁਐਸਚਨ ਆ ਗਿਆ ਜੀ ਸਾਡਾ, ਉਹ ਕਹਿੰਦੇ ਜੀ ਕਾਮਾਗਾਟਾ ਮਾਰੂ ਦੇ ਬਾਬਾ ਗੁਰਦਿੱਤ ਸਿੰਘ ਦਾ ਜਨਮ ਪੰਜਾਬ ਦੇ ਡੈਸ਼ ਜ਼ਿਲ੍ਹੇ ਵਿੱਚ ਹੋਇਆ ਸੀ, ਦੱਸੋ ਜੀ। ਜਲੰਧਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ। ਦੇਖੋ ਹੁਣ ਇਹਨਾਂ ਨੇ ਕੁਐਸਚਨ ਕਿਸ ਤਰ੍ਹਾਂ ਘੁਮਾ ਕੇ ਤੁਹਾਨੂੰ ਪੁੱਛਿਆ ਵਾ। ਅੱਗੇ ਪੁੱਛਦੇ ਹੁੰਦੇ ਸੀ ਕਿ ਕਾਮਾਗਾਟਾ ਮਾਰੂ ਕਿਹਨੂੰ ਕਹਿੰਦੇ ਨੇ, ਠੀਕ ਆ ਜੀ। ਸੋ ਜਿਹੜਾ ਆਪਾਂ ਪੜ੍ਹਿਆ ਸੀਗਾ ਇੱਕ ਸਮੁੰਦਰੀ ਜੋ ਜਪਾਨੂ ਜਹਾਜ਼ ਸੀਗਾ ਜਿਹੜਾ ਕਿ ਕੈਨੇਡਾ ਲਈ ਰਵਾਨਾ ਹੋਇਆ ਸੀਗਾ, ਠੀਕ ਆ। ਸੋ ਅੱਗੇ ਉਹਦੇ ਵਿੱਚ ਇਹੀ ਪੁੱਛਦੇ ਹੁੰਦੇ ਗੁਰਦਿੱਤ ਸਿੰਘ ਦਾ ਸੰਬੰਧ ਦੱਸੋ ਕਿਹਦੇ ਨਾਲ ਆ। ਆਪਾਂ ਲਾ ਦਿੰਦੇ ਹੁੰਦੇ ਸੀ ਜੀ ਕਾਮਾਗਾਟਾ ਮਾਰੂ ਨਾਲ। ਕਾਮਾਗਾਟਾ ਮਾਰੂ ਦਾ ਇਨਸੀਡੈਂਟ ਕਦੋਂ ਹੋਇਆ ਸੀ, ਆਪਾਂ ਲਾ ਦਿੰਦੇ ਹੁੰਦੇ ਸੀ ਹਾਂਜੀ ਇੰਨੇ ਦੇ ਵਿੱਚ 1914 ਈਸਵੀ ਦੇ ਵਿੱਚ ਹੋਇਆ ਸੀ। ਅੱਗੇ ਇਦਾਂ ਦੇ ਕੁਐਸਚਨ ਆਉਂਦੇ ਸੀ। ਹੁਣ ਦੇਖੋ ਉਹਨਾਂ ਨੇ ਕਿੰਨਾ ਡੀਪ ਪੁੱਛਿਆ ਹੋਇਆ। ਸੋ ਅਗਰ ਤੁਸੀਂ ਥਿਊਰੀ ਨਹੀਂ ਕੀਤੀ ਹੋਈ ਤਾਂ ਤੁਹਾਨੂੰ ਦਿੱਕਤ ਹੋਊਗੀ। ਇਹ ਸਾਰਾ ਆਪਣਾ ਥਿਊਰੀ ਦੇ ਵਿੱਚ, ਮਾਡਰਨ ਹਿਸਟਰੀ ਦੇ ਵਿੱਚ ਵੀ ਕਵਰ ਕੀਤਾ ਹੋਇਆ, ਪੰਜਾਬ ਜੀਕੇ 'ਚ ਵੀ ਕਵਰ ਕੀਤਾ ਹੋਇਆ, ਠੀਕ ਹੈ ਜੀ। ਸੋ ਤੁਸੀਂ PDF ਨੂੰ ਬਾਰ-ਬਾਰ ਰਿਵਾਈਜ਼ ਕਰਦੇ ਰਹੋ। ਸੋ ਹਰੇਕ ਫੈਕਟ ਜਿਹੜਾ ਵੀ ਯੈਲੋ ਰੈੱਡ ਕੀਤਾ ਹੁੰਦਾ ਮੇਰਾ, ਉਹ ਇੰਪੋਰਟੈਂਟ ਹੁੰਦਾ ਵਾ। ਦੇਖੋ ਜੀ ਇਹਦਾ ਆਨਸਰ ਆ ਜਾਊਗਾ ਜੀ ਅੰਮ੍ਰਿਤਸਰ, ਬਿਲਕੁਲ ਸਹੀ ਹੋ ਜਾਏਗਾ। ਬਾਬਾ ਗੁਰਦਿੱਤ ਜੀ ਜਿਹੜੇ ਕਾਮਾਗਾਟਾ ਮਾਰੂ ਨਾਲ ਸੰਬੰਧ ਰੱਖਦੇ ਸੀ, ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਸੀਗੇ, ਠੀਕ ਹੈ। ਇੱਥੇ ਇਹਨਾਂ ਦਾ ਜਨਮ ਹੋਇਆ ਸੀ, ਸਰਹਾਲੀ ਨਾਮ ਕਰਕੇ ਕੋਈ ਪਿੰਡ ਆ, ਤੇ ਉੱਥੇ ਇਹਨਾਂ ਦਾ ਜਨਮ ਹੋਇਆ ਸੀ। ਤੇ 18 ਦੇਖੋ ਇੱਕ ਹੁਣ ਦੇਖੋ ਜੇ ਇਹਨਾਂ ਨੇ ਇੰਨੀ ਚੀਜ਼ ਪੁੱਛ ਲਈ, ਹੋ ਸਕਦਾ ਅੱਗੇ ਵੀ ਪੁੱਛ ਸਕਦੇ ਆ। 1860 'ਚ ਇਹਨਾਂ ਦਾ ਜਨਮ ਹੋਇਆ ਸੀ, ਠੀਕ ਆ ਜੀ। 1954 ਦੇ ਵਿੱਚ ਇਹਨਾਂ ਦੀ ਡੈਥ ਹੋਈ ਸੀ, ਠੀਕ ਆ, 1954। ਸੋ ਤੁਸੀਂ ਇਹੋ ਜਿਹੇ ਫੈਕਟ ਨਾ ਥੋੜਾ ਜਿਹਾ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਇਸ ਤਰ੍ਹਾਂ 1 ਲਾਈਨਰ ਦੇ ਉੱਤੇ ਕਰ ਲਓ, ਠੀਕ ਆ। ਕਿਉਂਕਿ ਕੋਈ ਨਹੀਂ ਪਤਾ ਇਹਨਾਂ ਦਾ ਹੁਣ ਪੇਪਰ ਦਾ ਲੈਵਲ ਥੋੜਾ ਜਿਹਾ ਇਸ ਤਰ੍ਹਾਂ ਪੁੱਛ ਰਹੇ ਆ ਕਿ ਅਗਰ ਤੁਸੀਂ ਚੰਗੀ ਤਰ੍ਹਾਂ ਨਹੀਂ ਕੀਤਾ ਹੋਇਆ ਤਾਂ ਮੁਸ਼ਕਲ ਹੋਏਗੀ।
ਭਾਰਤ ਦਾ ਪਹਿਲਾ ਪਰਮਾਣੂ ਪਲਾਂਟ ਕਿਸ ਰਾਜ ਵਿੱਚ ਸਥਿਤ ਹੈ? ਠੀਕ ਹੈ ਜੀ, ਫਸਟ ਨਿਊਕਲੀਅਰ ਪਲਾਂਟ। ਹੁਣ ਇਹ ਆ ਗਿਆ ਸਟੈਟਿਕ ਜੀਕੇ ਦਾ ਕੁਐਸਚਨ। ਮਹਾਰਾਸ਼ਟਰ, ਪੰਜਾਬ, ਹਰਿਆਣਾ ਜਾਂ ਗੁਜਰਾਤ? ਦੱਸੋ ਜੀ। ਸੋ ਸਟੈਟਿਕ ਜੀਕੇ ਆਪਾਂ ਸ਼ੁਰੂ ਕਰਨ ਵਾਲੇ ਆ, ਕੋਈ ਦਿੱਕਤ ਵਾਲੀ ਗੱਲ ਨਹੀਂ ਗੀ, ਆਪਾਂ ਸਾਰਾ ਪੂਰਾ ਡਿਟੇਲ ਦੇ ਵਿੱਚ ਕਰਾਂਗੇ। ਨੈਕਸਟ ਵੀਕ ਆਪਣੀ ਮੰਡੇ ਤੋਂ ਜਾਂ ਹੋ ਸਕਦਾ ਇਸੇ ਹੀ ਸ਼ਨੀਵਾਰ ਜਾਂ ਐਤਵਾਰ ਮੈਂ ਕਲਾਸਾਂ ਸ਼ੁਰੂ ਕਰ ਦੇਣੀਆਂ ਇਹਦੀਆਂ, ਤੁਹਾਡੀ ਸਟੈਟਿਕ ਜੀਕੇ ਸਾਰੀ ਕਵਰ ਹੋ ਜਾਏਗੀ। ਸੋ ਬਿਲਕੁਲ ਸਹੀ ਜੀ, ਇਹਦਾ ਆਪਣਾ ਮਹਾਰਾਸ਼ਟਰ ਬਿਲਕੁਲ ਸਹੀ ਬਣਦਾ ਵਾ। ਮਹਾਰਾਸ਼ਟਰ ਦੇ ਵਿੱਚ ਫਸਟ ਨਿਊਕਲੀਅਰ ਪਾਵਰ ਪਲਾਂਟ ਸਿਚੁਏਟਡ ਆ ਇਸ ਟਾਈਮ। ਤੇ ਇਸ ਟਾਈਮ ਅਗਰ ਆਪਾਂ ਗੱਲ ਕਰੀਏ ਤਾਂ ਇਹਦਾ ਨਾਮ ਕੀ ਆ ਜੀ? ਤਾਰਾਪੁਰ ਨਿਊਕਲੀਅਰ ਪਾਵਰ ਪਲਾਂਟ ਇਹਦਾ ਨਾਮ ਆ। ਠੀਕ ਆ, ਮਹਾਰਾਸ਼ਟਰ ਦੇ ਵਿੱਚ ਸਥਿਤ ਆ। ਹੋ ਸਕਦਾ ਅਗਲੀ ਵਾਰ ਕੁਛ ਹੋਰ ਪੁੱਛ ਲੈਣ। ਕਦੋਂ ਸਥਾਪਿਤ ਹੋਇਆ ਸੀ ਇਹ? 1969, ਹਾਂਜੀ 1969 ਈਸਵੀ ਦੇ ਵਿੱਚ ਸਥਾਪਿਤ ਹੋਇਆ ਸੀ। ਠੀਕ ਹੈ ਜੀ, ਸੋ ਸਟੈਟਿਕ ਜੀਕੇ 'ਚ ਆਪਣਾ ਸਾਰਾ ਕਵਰ ਹੋ ਜਾਏਗਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਨੈਕਸਟ ਕਲਾਸ ਆ ਗਈ, ਕੁਐਸਚਨ ਆ ਗਿਆ ਜੀ ਆਪਣਾ, ਵਿਚ ਆਫ ਦਾ ਫੋਲੋਇੰਗ ਇਜ਼ ਕਾਲਡ ਦਾ ਫਾਦਰ ਆਫ ਪਰਸਨਲ ਕੰਪਿਊਟਰ। ਸੋ ਇਹ ਕੰਪਿਊਟਰ ਦੇ ਕੁਐਸਚਨ ਹੈ। ਸੋ ਆਪਾਂ ਸਿਰਫ ਜੀਕੇ ਤੇ ਪੰਜਾਬ ਜੀਕੇ ਕਰਦੇ ਹਾਂ, ਇਹਨਾਂ ਨੇ ਥੋੜਾ ਜਿਹਾ ਮਿਕਸਅਪ ਕੀਤਾ ਹੋਇਆ। 66 ਨੰਬਰ ਕੁਐਸਚਨ ਆ ਗਿਆ, ਕਹਿੰਦਾ ਜੀ ਇੱਕ ਯੁੱਧ ਹੋਇਆ ਸੀ ਜਿਹਦੇ ਵਿੱਚ ਕਿ ਹਮਾਯੂੰ ਹਾਰਨ ਤੋਂ ਬਾਅਦ ਭਾਰਤ ਤੋਂ ਭੱਜ ਗਿਆ ਸੀ, ਉਹਨੂੰ ਕਿਹਨੇ ਹਰਾਇਆ ਸੀ? ਲਓ ਜੀ, ਹੁਣ ਦੇਖੋ ਕਿੱਦਾਂ ਦੇ ਕੁਐਸਚਨ ਇਹਨਾਂ ਨੇ ਪੁੱਛਿਆ ਹੋਇਆ ਵਾ। ਇਬਰਾਹਿਮ ਲੋਧੀ, ਸ਼ੇਰ ਸ਼ਾਹ ਸੂਰੀ, ਬਹਾਦਰ ਸ਼ਾਹ ਜਾਂ ਅਕਬਰ? ਸੋ ਇਹ ਮੁਗਲ ਕਾਲ ਆਪਣਾ ਰਹਿੰਦਾ ਵਾ, ਆਪਾਂ ਕਰ ਦਾਂਗੇ। ਵੈਸੇ ਮੇਰਾ ਪੰਜਾਬ ਜੀਕੇ 'ਚ ਤੁਹਾਨੂੰ ਕਵਰ ਕਰਵਾਇਆ ਹੋਇਆ, ਜੇਕਰ ਤੁਸੀਂ ਪੰਜਾਬ ਜੀਕੇ ਦੇਖੋਗੇ ਤਾਂ ਪੰਜਾਬ ਜੀਕੇ ਦੇ ਵਿੱਚ ਵੀ ਕੁਐਸਚਨ ਤੁਹਾਡੇ ਕਵਰ ਹੋਣਗੇ। ਵੈਸੇ ਮੁਗਲ ਕਾਲ ਆਪਾਂ ਡਿਟੇਲ ਦੇ ਵਿੱਚ ਵੀ ਇੱਕ ਕਲਾਸ ਆਪਣੀ ਮੈਡੀਵਲ ਹਿਸਟਰੀ ਦੀਆਂ 2 ਕਲਾਸਾਂ ਹੋਣੀਆਂ ਨੇ, ਉਹਦੇ ਵਿੱਚ ਆਪਾਂ ਕਵਰ ਕਰ ਲਾਂਗੇ। ਮਾਡਰਨ ਆਪਾਂ ਆਲਮੋਸਟ ਕਵਰ ਕਰ ਚੁੱਕੇ ਹਾਂ। ਦੱਸੋ ਜੀ, ਕੀ ਤੋਂ ਹਾਰ ਕੇ ਹਮਾਯੂੰ ਭੱਜ ਗਿਆ ਸੀ? ਦੱਸਣਾ ਜੀ ਤੁਸੀਂ, ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ। ਠੀਕ ਹੈ ਜੀ, 1540 'ਚ ਇਹ ਭੱਜਿਆ ਸੀ। ਇਹ ਸ਼ਾਇਦ ਬੈਟਲ ਆਫ ਕਨੌਜ ਹੋਈ ਸੀ, ਕਨੌਜ ਦੀ ਬੈਟਲ ਤੋਂ ਬਾਅਦ ਭੱਜਿਆ ਸੀ। ਤੇ ਕਿਹੜਾ ਸ਼ਾਸਕ ਸੀ ਉਸ ਟਾਈਮ ਦੇ? ਸ਼ੇਰ ਸ਼ਾਹ ਸੂਰੀ। ਠੀਕ ਆ, ਸ਼ੇਰ ਸ਼ਾਹ ਸੂਰੀ ਸੀਗਾ ਜਿਹਨੇ ਕਿ ਆਪਣਾ ਜੀ ਤੋਂ ਹਾਰ ਕੇ ਆਪਣਾ ਹਮਾਯੂੰ ਭੱਜ ਗਿਆ ਸੀ। ਕਦੋਂ? 1540 ਈਸਵੀ ਦੇ ਵਿੱਚ। ਸੋ ਇਹ ਤੁਸੀਂ ਡੇਟ ਵੀ ਥੋੜੀ ਜਿਹੀ ਤੁਸੀਂ ਉਹ ਕਰਨੀ ਆ, ਠੀਕ ਆ, ਯਾਦ ਰੱਖਣੀਆਂ। ਸੋ ਉਸ ਤੋਂ ਬਾਅਦ ਕੀ ਹੋਇਆ ਜੀ? 1540 ਦੇ ਵਿੱਚ ਤਾਂ ਇਹ ਚਲਿਆ ਗਿਆ। ਠੀਕ ਆ, ਫਿਰ ਉਸ ਤੋਂ ਬਾਅਦ ਨਾ ਇਹ 15 ਸਾਲ, ਇਹਨੂੰ ਤੁਸੀਂ ਨੋਟ ਕਰਨਾ ਵਾ। ਠੀਕ ਆ, ਵੈਸੇ ਆਪਾਂ ਕਰ ਲਾਂਗੇ, ਫਿਰ ਵੀ ਮੈਂ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰ ਦਿੰਦਾ। ਪੇਪਰ 'ਚ ਕਈ ਵਾਰ ਨਾ ਇਦਾਂ ਘੁਮਾ ਕੇ ਕੁਐਸਚਨ ਆ ਜਾਂਦਾ, ਤਾਂ ਤੁਸੀਂ 2-3 ਵਾਰੀ ਰਿਵੀਜ਼ਨ ਕਰ ਲਓਗੇ ਤਾਂ ਤੁਹਾਡਾ ਯਾਦ ਆ ਜਾਏਗਾ। ਠੀਕ ਆ ਜੀ, ਹੁਣ ਸਮਝੋ, ਇੱਥੇ ਸਮਝਾਉਣਾ ਤੁਹਾਨੂੰ ਮੈਂ। ਦੇਖੋ ਜੀ, 1540 ਈਸਵੀ ਦੇ ਵਿੱਚ ਜਦੋਂ ਬੈਟਲ ਆਫ ਕਨੌਜ ਹੋਈ ਸੀ ਨਾ, ਉਸ ਤੋਂ ਬਾਅਦ ਇਹ ਭੱਜ ਗਿਆ ਸੀ। ਸ਼ੇਰ ਸ਼ਾਹ ਸੂਰੀ ਨੇ ਇਹਨੇ ਹਰਾਤਾ ਸੀ। ਠੀਕ ਆ, ਜਦੋਂ ਇਹ ਭੱਜਾ ਉਸ ਤੋਂ ਬਾਅਦ ਨਾ ਕਾਫੀ ਸਟਰਗਲ ਤੋਂ ਬਾਅਦ ਇਹਨੇ 1555 ਦੇ ਵਿੱਚ ਇਹ ਵਾਪਸ ਆਇਆ। ਉਦੋਂ ਤੱਕ ਸ਼ੇਰ ਸ਼ਾਹ ਸੂਰੀ ਦੀ ਮੌਤ ਹੋ ਚੁੱਕੀ ਸੀ। 1555 ਦੇ ਵਿੱਚ ਜਦੋਂ ਇਹ ਵਾਪਸ ਆਇਆ ਜੀ, ਇਹਨੇ ਕੀ ਕੀਤਾ? ਅਫਗਾਨੀ ਉਸ ਟਾਈਮ ਦੇ ਉੱਤੇ ਸ਼ਾਸਨ ਕਰ ਰਹੇ, ਸੋ ਅਫਗਾਨਾਂ ਨੂੰ ਇਹਨੇ ਹਰਾਤਾ ਤੇ ਦੁਬਾਰਾ ਫੇਰ ਆਪਣੇ ਇੱਥੇ ਕਬਜ਼ਾ ਕਰ ਲਿਆ। ਹੁਣ ਇਹਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਆ ਕਿ ਇਹਦੇ ਵਿੱਚ ਹੋਰ ਕੀ ਕੁਐਸਚਨ ਬਣਦਾ। ਇੱਕ ਕੁਐਸਚਨ ਸਾਡਾ ਬਣਦਾ ਕਿ ਪਾਣੀਪਤ ਦੀ ਪਹਿਲੀ ਲੜਾਈ ਦੇ ਉੱਤੇ। ਸੋ ਆਪਾਂ ਪਾਣੀਪਤ ਦੀ ਆਪਾਂ ਫਿਰ ਕਰਾਂਗੇ, ਆਪਾਂ ਸੈਕੰਡ ਯੁੱਧ ਆਪਾਂ ਕਰ ਦਿੰਦੇ ਹਾਂ। ਉਸ ਤੋਂ ਬਾਅਦ ਨਾ ਇੱਕ ਯੁੱਧ ਹੋਇਆ ਸੀ 1556 ਦੇ ਵਿੱਚ। ਠੀਕ ਆ, 1556 ਦੇ ਵਿੱਚ ਪਾਣੀਪਤ ਦਾ ਦੂਜਾ ਯੁੱਧ ਹੋਇਆ ਸੀ, ਜਿਹਦੇ ਵਿੱਚ ਕਿ ਆਪਣਾ ਅਕਬਰ, ਠੀਕ ਆ ਜੀ, ਅਕਬਰ ਸੀਗਾ। ਅਕਬਰ ਨੇ ਕਿਹਨੂੰ ਹਰਾਤਾ ਸੀ? ਅਕਬਰ ਤੇ ਹੇਮੂ ਦੇ ਵਿੱਚ ਯੁੱਧ ਹੋਇਆ ਸੀ। ਠੀਕ ਆ, ਇੰਪੋਰਟੈਂਟ ਕੁਐਸਚਨ ਬਣਦਾ, ਪੇਪਰ 'ਚ ਬਹੁਤ ਵਾਰ ਰਿਪੀਟ ਹੋਇਆ। ਅਕਬਰ ਤੇ ਹੇਮੂ ਦੇ ਵਿੱਚ ਯੁੱਧ ਹੋਇਆ ਸੀ, ਅਕਬਰ ਨੇ ਇਹਨੂੰ ਹਰਾਤਾ ਸੀ। ਅਕਬਰ ਸਿਰਫ 13 ਸਾਲ ਦੇ ਨੇ ਗੱਦੀ ਸੰਭਾਲ ਲਈ ਸੀ। ਠੀਕ ਆ ਜੀ, ਸੋ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਜ਼ਿਆਦਾ ਤੁਹਾਨੂੰ ਦੇਖੋਗੇ ਕਿ ਇਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ। ਸੋ ਜਿਵੇਂ ਜਿਵੇਂ ਆਪਾਂ ਅੱਗੇ ਕਰਦੇ ਜਾਵਾਂਗੇ ਮੈਂ ਤੁਹਾਨੂੰ ਐਕਸਪਲੇਨ ਕਰਦਾ ਜਾਵਾਂਗਾ। ਠੀਕ ਆ, ਯਾਦ ਰੱਖਣਾ ਤੁਸੀਂ 1556 ਈਸਵੀ ਦੇ ਵਿੱਚ ਅਕਬਰ ਨੇ ਹੇਮੂ ਨੂੰ ਹਰਾਤਾ ਸੀਗਾ। ਪੇਪਰ 'ਚ ਕੁਐਸਚਨ ਬਣਦਾ। ਸੋ ਇਹ ਹੋ ਗਿਆ ਆਪਣਾ। ਆ ਦੇਖੋ ਜੀ, ਇਹ 'ਚ ਸੂਫੀਜ਼ਮ ਦਾ ਆ ਗਿਆ। ਕਹਿੰਦਾ ਜੀ ਉਸ ਭਗਤੀ ਸੰਤ ਦਾ ਨਾਮ ਕੀ ਹੈ ਜੋ ਵਿਸ਼ਵਾਸ ਕਰਦੇ ਸੀ ਕਿ ਪ੍ਰੇਮ, ਭਗਤੀ, ਗੀਤ ਅਤੇ ਨਾਚ ਦੁਆਰਾ ਇੱਕ ਭਗਤ ਪਰਮਾਤਮਾ ਦੀ ਮੌਜੂਦਗੀ ਨੂੰ ਅਹਿਸਾਸ ਕਰ ਸਕਦਾ ਹੈ? ਸੋ ਬਿਲਕੁਲ ਸਹੀ ਜੀ, ਚੈਤਨਿਆ ਇਹਦਾ ਆਨਸਰ ਸਹੀ ਹੋ ਜਾਏਗਾ। ਸੋ ਜਦੋਂ ਆਪਾਂ ਸੂਫੀਜ਼ਮ ਕਰਾਂਗੇ ਇਹਦੇ ਵਿੱਚ ਕਵਰ ਹੋ ਜਾਏਗਾ। ਨੈਕਸਟ ਕੁਐਸਚਨ ਆ ਗਿਆ ਜੀ ਆਪਣਾ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਫਸਟ ਲੋਕਪਾਲ? ਪੁੱਛ ਲਿਆ ਜੀ ਉਹਨਾਂ ਨੇ। ਪੰਜਾਬ ਦਾ ਕੌਣ ਸੀਗਾ? MS ਸੋਢੀ ਸੀ, ਰਾਮਪਾਲ ਸੀ, ਕਿਰਨ ਬੇਦੀ ਸੀ ਜਾਂ ਕਪੂਰ ਸਿੰਘ ਸੀ? ਸੋਚੋ ਜੀ। ਸੋ ਬਿਲਕੁਲ ਸਰ ਜੀ, MS ਸੋਢੀ ਸੀਗੇ, ਜਸਟਿਸ ਸੀਗੇ, ਜਸਟਿਸ MS ਸੋਢੀ। ਸੋ ਜਦੋਂ ਆਪਾਂ ਪੰਜਾਬ ਦੇ ਟੌਪਿਕ ਦੇ ਉੱਤੇ ਆਵਾਂਗੇ ਨਾ, ਪੰਜਾਬ ਦੇ ਇਸ ਟੌਪਿਕ ਦੇ ਉੱਤੇ 1947 ਤੋਂ ਬਾਅਦ, ਤਾਂ ਉਹਦੇ ਵਿੱਚ ਆਪਾਂ ਲੋਕਪਾਲ ਸਾਰਾ ਕੁਝ ਇਦਾਂ ਦੇ ਕਰ ਲਵਾਂਗੇ। ਠੀਕ ਹੈ ਜੀ, ਫਸਟ ਹੋ ਗਿਆ, ਸੈਕਿੰਡ ਹੋ ਗਿਆ, ਥਰਡ ਹੋ ਗਿਆ। ਇਹਨਾਂ ਦੇ ਵਿੱਚ ਦੱਸੋ ਜੀ ਕਿਹੜਾ ਪਾਰਟ ਨਹੀਂਗਾ ਮਾਝਾ ਰੀਜਨ ਦਾ? ਮਤਲਬ ਇਹਨਾਂ ਦੇ ਵਿੱਚ ਦੱਸਾਂ ਮਾਝਾ ਖੇਤਰ ਦਾ ਕਿਹੜਾ ਹਿੱਸਾ ਨਹੀਂਗਾ? ਦੱਸੋ ਜੀ। ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ ਆਪਣਾ ਕੀਤਾ ਹੋਇਆ ਜੀ, ਇਹ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਵਾ। ਬਿਲਕੁਲ ਸਹੀ ਜੀ, ਲੁਧਿਆਣਾ ਆਪਣਾ ਮਾਝਾ ਖੇਤਰ ਦਾ ਹਿੱਸਾ ਨਹੀਂ। ਅੰਮ੍ਰਿਤਸਰ ਵੀ ਹੈਗਾ, ਪਠਾਨਕੋਟ ਵੀ ਹੈਗਾ, ਗੁਰਦਾਸਪੁਰ ਵੀ ਹੈਗਾ ਵਾ, ਤੇ ਇਹਦੇ ਨਾਲ ਇੱਕ ਹੋਰ ਕਿਹੜਾ ਜ਼ਿਲ੍ਹਾ? ਤਰਨਤਾਰਨ। 4 ਜ਼ਿਲ੍ਹੇ ਨੇ ਇਹਦੇ ਵਿੱਚ। ਠੀਕ ਹੈ ਜੀ, ਸੋ ਤੁਸੀਂ ਮਿਸ ਨਹੀਂ ਕਰਨਾ। ਇਹਨਾਂ ਦੇ ਵਿੱਚੋਂ ਕੌਣ ਆਏ ਕੀਤੇ ਹੋਏ ਨੇ ਜੀ ਆਪਣੇ ਕੁਐਸਚਨ? ਠੀਕ ਹੈ ਜੀ, ਤੁਸੀਂ ਪੰਜਾਬ ਜੀਕੇ ਦੀ ਕਲਾਸ ਦੇਖੋ, ਪਹਿਲੀ ਦੂਜੀ ਕਲਾਸ ਦੇ ਵਿੱਚ ਕਵਰ ਹੋ ਜਾਏਗਾ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਨੈਸ਼ਨਲ ਟਰੀ ਆਫ ਪੰਜਾਬ? ਠੀਕ ਹੈ ਜੀ, ਇੰਡੀਆ ਦਾ ਨੈਸ਼ਨਲ ਟਰੀ ਪੁੱਛਿਆ। ਬਰਗਦ ਦਾ ਰੁੱਖ,
ਜਿਹਨੂੰ ਆਪਾਂ ਬਨਿਆਨ ਟਰੀ ਕਹਿ ਦਿੰਦੇ ਹਾਂ, ਪੀਪਲ ਦਾ ਰੁੱਖ, ਨਿੰਮ ਦਾ ਰੁੱਖ ਜਾਂ ਅਸ਼ੋਕਾ ਰੁੱਖ। ਸੋ ਇਹ ਤਾਂ ਆਪਾਂ ਬਚਪਨ ਤੋਂ ਪੜ੍ਹਦੇ ਹੁੰਦੇ ਹਾਂ, ਇਹ ਤਾਂ ਆਪਾਂ ਨੂੰ ਯਾਦ ਹੋਣਾ ਚਾਹੀਦਾ। ਸਟੈਟਰੀ ਜੀਕੇ ਦਾ ਕੁਐਸਚਨ ਬਣਦਾ ਵਾ। ਬਰਗਦ ਦਾ ਰੁੱਖ, ਬਿਲਕੁਲ ਸਹੀ ਜੀ, ਬਰਗਦ ਦਾ ਰੁੱਖ ਆਪਣਾ ਸਹੀ ਚਲਾ ਜਾਊਗਾ। ਸੋ ਐਕਸਪਲੇਨ ਆਪਾਂ ਉਹੀ ਕਰਾਂਗੇ ਜਿਹੜਾ ਮੈਨੂੰ ਲੱਗਦਾ ਕਿ ਹਾਂ ਅਗਲੇ ਪੇਪਰਾਂ ਦੇ ਵਿੱਚ, ਸਾਡੇ ਆਉਣ ਵਾਲੇ ਪੇਪਰਾਂ ਦੇ ਵਿੱਚ ਕੁਐਸਚਨ ਬਣ ਸਕਦਾ ਵਾ। ਸੋ ਸਾਰੇ ਐਕਸਪਲੇਨੇਸ਼ਨ 'ਤੇ ਆਪਣਾ ਟਾਈਮ ਬਹੁਤ ਵੇਸਟ ਹੋਇਆ। ਮਦਨ ਮੋਹਨ ਮਾਲਵੀਆ ਨੇ ਜਿਹੜਾ ਸੀਗੇ, ਠੀਕ ਆ ਜੀ, ਉਹਨੇ ਫੇਮਸ ਨਿਊਜ਼ਪੇਪਰ ਚਲਾਇਆ ਸੀ, ਉਹ ਲੀਡਰ ਕਿੱਥੋਂ ਦੇ ਸੀਗੇ, ਦੱਸੋ ਜੀ। ਅਲੀਗੜ੍ਹ ਦੇ ਸੀ, ਇਲਾਹਾਬਾਦ ਸੀ, ਨਿਊ ਦਿੱਲੀ ਸੀ ਜਾਂ ਲਖਨਊ ਦੇ। ਸੋ ਥੋੜਾ ਟਾਈਮ ਮੈਂ ਤੁਹਾਨੂੰ ਤਾਂ ਦਿੰਦਾ ਹੁੰਦਾ ਕਿ ਤੁਹਾਨੂੰ ਇੱਕ ਵਾਰੀ ਦਿਮਾਗ ਦੇ ਵਿੱਚ ਆ ਜਾਵੇ, ਕਿਉਂਕਿ ਥੋੜਾ ਜਿਹਾ ਟਾਈਮ ਲੱਗਦਾ ਵਾ ਆਪਾਂ ਨੂੰ 10 ਸੈਕਿੰਡ, ਠੀਕ ਆ ਜੀ। ਇਲਾਹਾਬਾਦ ਤੋਂ ਲੀਡਰ ਸੀਗੇ ਜਿਨ੍ਹਾਂ ਨੇ ਇੱਕ ਫੇਮਸ ਨਿਊਜ਼ਪੇਪਰ ਚਲਾਇਆ ਸੀ। ਇੱਕ ਇਹਨਾਂ ਨੇ ਇੱਕ ਪੇਪਰ ਦੇ ਵਿੱਚ ਹੋਰ ਕੁਐਸਚਨ ਬਣਦਾ ਕਿ ਅਖਿਲ ਹਿੰਦੂ ਮਹਾਸਭਾ, ਅਖਿਲ ਭਾਰਤੀਏ ਹਿੰਦੂ ਮਹਾਸਭਾ ਦਾ ਜਿਹੜਾ ਕਿਹਨੇ ਕੀਤਾ ਸੀਗਾ, ਸੋ ਇਹਦਾ ਲੀਡਰ ਸੀਗੇ ਆਪਣੇ ਮਦਨ ਮੋਹਨ ਮਾਲਵੀਆ, ਠੀਕ ਹੈ ਜੀ। ਸੋ ਇਹ ਕੁਐਸਚਨ ਵੀ ਪੇਪਰ 'ਚ ਬਣਦਾ। ਹੁਣ ਅੱਗੇ ਆ ਗਿਆ ਜੀ, ਪਲਾਨ ਆਫ ਦਾ ਹੌਲੀਡੇ ਪੀਰੀਅਡ ਕਦੋਂ ਸੀ। ਇਹ ਜਿਹੜਾ ਕੁਐਸਚਨ ਆ ਇਹ ਆਪਣਾ ਇਕਨੋਮਿਕਸ ਦਾ 5 ਈਅਰ ਪਲਾਨ 'ਚੋਂ ਕੁਐਸਚਨ ਆ। ਇਕਨੋਮਿਕਸ ਆਪਣੀ ਰਹਿੰਦੀ ਆ, ਆਪਾਂ ਬਹੁਤ ਜਲਦੀ ਇਕਨੋਮਿਕਸ ਸਟਾਰਟ ਕਰਾਂਗੇ। 1955 56, 1964 65, 1967 68 ਜਾਂ 1970 71। ਪਲਾਨ ਆਫ ਹੌਲੀਡੇ ਪੁੱਛ ਲਿਆ ਜੀ ਉਹਨਾਂ ਨੇ। ਸੋ ਜਿਹੜੇ ਇਦਾਂ ਦੇ ਕੁਐਸਚਨ ਹੁੰਦੇ ਨੇ ਨਾ, ਇਦਾਂ ਦੇ ਕੁਐਸਚਨ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰਨੇ ਪੈਂਦੇ ਹੁੰਦੇ ਨੇ। ਸੋ ਇਹਨਾਂ 'ਚੋਂ ਬਸ ਉਹੀ ਦੱਸਣਾ ਤੁਸੀਂ ਕਿਹੜਾ ਸੀ, ਠੀਕ ਹੈ ਜੀ। ਸੋ ਸੀ ਆਪਣਾ ਸੀਗਾ 1967 68 ਦਾ। ਇਹ ਪਲਾਨ ਹੁੰਦੇ ਸੀ ਜਿਹੜੇ ਕਿ ਪਹਿਲਾਂ ਨਾ 5-5 ਸਾਲ ਦੇ ਪਲਾਨ ਚੱਲਦੇ ਹੁੰਦੇ ਸੀ। ਫਿਰ ਵਿੱਚ ਦੀ ਨਾ ਇੱਕ ਪਲਾਨ ਆਇਆ, ਠੀਕ ਹੈ ਜੀ। ਸੋ ਉਸ ਤੋਂ ਬਾਅਦ ਇੱਕ ਪਲਾਨ ਆਇਆ ਵੀ ਹਾਂ ਵੀ ਇਹ ਜਿਹੜੇ 3 ਈਅਰ ਪਲਾਨ ਜਿਹੜੇ ਹੁੰਦੇ ਨੇ ਨਾ, ਬਈ ਆਪਣੇ 2-2 3-3 ਸਾਲ ਦੇ ਪਲਾਨ ਬਣਨਗੇ। ਸੋ ਉਹਦੇ ਵਿੱਚ ਆਪਣਾ ਇਹ ਕਵਰ ਹੋ ਜਾਊਗਾ, ਠੀਕ ਆ। ਸੋ ਨੈਕਸਟ ਕਰਦੇ ਹਾਂ ਜੀ ਆਪਣਾ ਇਹਨਾਂ ਦੇ ਵਿੱਚੋਂ ਕਹਿੰਦੇ ਜੀ ਝੂਮਰ ਡਾਂਸ ਆ ਜਿਹੜਾ, ਝੂਮਰ ਨਾਚ ਕਿਸ ਖੇਤਰ ਦੇ ਵਿੱਚ ਝੂਮਰ ਨਾਚ ਪ੍ਰਸਿੱਧ ਵਾ। ਮਾਲਵਾ, ਰਾਜਸਥਾਨ, ਸੰਦਲਬਾੜ ਜਾਂ ਮਾਝਾ। 77 ਨੰਬਰ ਕੁਐਸਚਨ ਆ ਜੀ ਆਪਣਾ। ਇਹ ਨਾ PSSB ਨੇ ਡ੍ਰੌਪ ਕੀਤਾ ਹੋਇਆ ਕੁਐਸਚਨ ਆ। ਇਹ PSSB ਨੇ ਡ੍ਰੌਪ ਕਰਦਾ ਸੀ, ਮਤਲਬ ਸਾਰਿਆਂ ਨੂੰ ਇੱਕ ਨੰਬਰ ਮਿਲ ਗਿਆ ਸੀ। ਵੈਸੇ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਨਾ, ਸੰਦਲਬਾੜ ਜਿਹੜਾ ਸੀਗਾ, ਸੰਦਲਬਾੜ ਇਹਦਾ ਕਰੈਕਟ ਆਪਸ਼ਨ ਬਣਦਾ ਵਾ। ਅਗਰ ਤੁਹਾਨੂੰ ਇੱਕ ਆਪਸ਼ਨ ਆਵੇ ਨਾ ਤਾਂ ਸੰਦਲਬਾੜ ਸਾਡਾ ਸਹੀ ਬਣਦਾ ਵਾ, ਠੀਕ ਹੈ ਜੀ। ਸੋ PSSB ਨੇ ਇਹ ਆਪਣਾ ਡ੍ਰੌਪ ਕੀਤਾ ਹੋਇਆ ਕੁਐਸਚਨ। ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੀ ਸਿਟੀ ਦੇ ਵਿੱਚ ਹੋਇਆ ਸੀ। ਲਾਹੌਰ ਦੇ ਵਿੱਚ, ਗੁਰੂ ਅਰਜਨ ਦੇਵ ਜੀ ਦਾ ਜਨਮ ਕਿਹੜੀ ਸਿਟੀ ਦੇ ਵਿੱਚ ਹੋਇਆ ਸੀ। ਲਾਹੌਰ 'ਚ, ਮੁਲਤਾਨ 'ਚ, ਗੋਇੰਦਵਾਲ ਸਾਹਿਬ ਜਾਂ ਅੰਮ੍ਰਿਤਸਰ। ਸੋ ਪੰਜਾਬ ਜੀਕੇ ਦੇ ਵਿੱਚ ਨਾ ਆਪਾਂ ਕੀਤਾ ਹੋਇਆ ਵਾ ਇਹ ਕੁਐਸਚਨ, ਬਹੁਤ ਚੰਗੀ ਤਰ੍ਹਾਂ ਕੀਤੇ ਹੋਏ ਨੇ। ਸਿੱਖ ਧਰਮ ਦੇ ਇਤਿਹਾਸ ਦੇ ਵਿੱਚ ਆਪਾਂ ਸਾਰੇ ਗੁਰੂਆਂ ਬਾਰੇ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਹੋਇਆ ਵਾ। ਬਿਲਕੁਲ ਸਹੀ ਜੀ, ਗੁਰੂ ਅਰਜਨ ਦੇਵ ਜੀ ਜਿਹੜੇ ਕਿ ਆਪਣੇ ਸਿੱਖਾਂ ਦੇ 5ਵੇਂ ਗੁਰੂ ਸੀਗੇ, ਠੀਕ ਆ ਜੀ। ਸੋ ਇਹਨਾਂ ਦਾ ਜਨਮ ਕੀ ਆ ਜੀ, ਆਪਣਾ ਗੋਇੰਦਵਾਲ ਸਾਹਿਬ ਦੇ ਵਿੱਚ ਹੋਇਆ ਸੀ। ਨੈਕਸਟ ਆ ਗਿਆ ਜੀ, ਹੁਣ ਦੇਖੋ ਜੀ, ਚੀਫ ਮਿਨਿਸਟਰ ਤੇ ਇਹਨਾਂ ਨੇ ਕੁਐਸਚਨ ਪੁੱਛ ਲਿਆ ਹੋਇਆ, ਤੇ ਕੁਐਸਚਨ ਵੀ ਇਦਾਂ ਦਾ ਪੁੱਛਿਆ ਕਿ ਤੁਹਾਨੂੰ ਥੋੜਾ ਜਿਹਾ ਇਹਦੇ ਵਿੱਚ ਦਿੱਕਤ ਹੋਏਗੀ। ਚੀਫ ਮਿਨਿਸਟਰ ਆਫ ਪੰਜਾਬ ਦੱਸਣਾ ਜੀ, ਠੀਕ ਆ ਜੀ, ਕਲਾਕ੍ਰਮ ਅਨੁਸਾਰ। ਸੋ ਕਿੱਦਾਂ, ਜੈਲ ਸਿੰਘ, ਦਲਬਾਰਾ ਸਿੰਘ, ਗੋਪੀ ਚੰਦ ਭਾਰਵਾ ਜਾਂ ਲక్ష్మణ ਸਿੰਘ। ਸੋ ਇਹਦੇ ਵਿੱਚ ਇਹਨਾਂ ਨੇ ਇਹੀ ਪੁੱਛਿਆ ਵਾ। ਇਹਦੇ ਵਿੱਚ ਇਸ ਤਰ੍ਹਾਂ ਨਹੀਂ ਇਹਨਾਂ ਨੇ ਪੁੱਛਿਆ ਵਾ, ਇਸ ਤਰ੍ਹਾਂ ਨਾ ਸਮਝ ਲਿਓ ਕਿ ਇਹਨਾਂ ਨੇ ਪੁੱਛਿਆ ਕਿ ਪਹਿਲਾਂ ਲਗਾਤਾਰ ਨਹੀਂ ਪੁੱਛਿਆ ਇਹਨਾਂ ਨੇ ਵੀ ਇਹਦੇ ਵਿੱਚ ਲਗਾਤਾਰ ਪੁੱਛ ਲਿਆ। ਬਸ ਇਹਨਾਂ ਨੇ ਐਂ ਪੁੱਛਿਆ ਵੀ ਪਹਿਲਾਂ ਕਿਹੜਾ ਬਣਿਆ, ਬਾਅਦ ਚੋਂ ਕਿਹੜਾ ਬਣਿਆ, ਬਾਅਦ ਚੋਂ ਕਿਹੜਾ ਬਣਿਆ, ਬਾਅਦ ਚੋਂ ਕਿਹੜਾ ਬਣਿਆ। ਮਤਲਬ ਵਿਚਾਲੇ ਇਦਾਂ ਨਹੀਂ ਵੀ ਕੋਈ ਹੋਰ ਨਹੀਂ ਬਣ ਸਕਦਾ, ਵਿਚਾਲੇ ਕੋਈ ਹੋਰ ਵੀ ਬਣਿਆ ਹੋ ਸਕਦਾ। ਤੁਸੀਂ ਐਂ ਦੱਸਣਾ ਵੀ ਤੁਹਾਨੂੰ ਈਅਰ ਵੀ ਯਾਦ ਹੋਣੇ ਚਾਹੀਦੇ ਆ। ਤੁਸੀਂ ਦੇਖ ਲਓ ਕਿੱਦਾਂ ਦੇ ਕੁਐਸਚਨ ਪੁੱਛੇ ਹੋਏ ਆ। ਸੋ ਤੁਹਾਨੂੰ ਪੰਜਾਬ ਦੇ ਚੀਫ ਮਿਨਿਸਟਰ ਦੀ ਮੈਂ ਇੱਕ ਲਿਸਟ ਦੇ ਦਾਂਗਾ, ਇੱਕ ਕਲਾਸ ਵੀ ਲੈ ਆਵਾਂਗੇ ਜਦੋਂ ਆਪਣੇ ਪੰਜਾਬ ਦੇ ਚੀਫ ਮਿਨਿਸਟਰ ਦੇ ਉੱਤੇ ਆਪਣਾ ਆਏਗਾ ਟੌਪਿਕ ਇਹਦਾ, ਪੰਜਾਬ ਜੀਕੇ ਦਾ। ਸੋ ਉਹਦੇ ਵਿੱਚ ਤੁਸੀਂ ਕਰ ਲੈਣਾ ਵਾ, ਠੀਕ ਹੈ ਜੀ। ਸੋ ਈਅਰ ਵੀ ਤੁਹਾਨੂੰ ਯਾਦ ਕਰਨਾ ਪੈਣਾ। ਦੇਖੋ ਕਿੰਨਾ ਇਹਨਾਂ ਨੇ ਉਹ ਕੁਐਸਚਨ ਪੁੱਛਿਆ ਹੋਇਆ ਵਾ। ਸੋ ਤੁਸੀਂ ਥੋੜਾ ਜਿਹਾ ਟਾਈਮ ਮੈਂ ਦੇ ਰਿਹਾ, ਕਿਉਂਕਿ ਇਹ ਥੋੜਾ ਜਿਹਾ ਕੁਐਸਚਨ ਇਦਾਂ ਦਾ ਵਾ ਕਿ ਤੁਹਾਨੂੰ ਥੋੜਾ ਜਿਹਾ ਟਾਈਮ ਲੱਗੇਗਾ, ਠੀਕ ਆ। ਸੋ ਇਹਦੇ ਵਿੱਚ ਆਪਣਾ ਸਹੀ ਆਨਸਰ ਕੀ ਬਣੇਗਾ। ਪਹਿਲਾਂ ਤਾਂ ਬਣੇ ਸੀ ਜੀ ਗੋਪੀ ਚੰਦ ਭਾਰਵਾ, ਠੀਕ ਹੈ ਜੀ। ਸੋ ਆਪਣਾ ਪਹਿਲਾਂ ਆ ਗਿਆ 3, ਠੀਕ ਹੈ ਜੀ। ਦੂਜੇ ਨੰਬਰ ਦੇ ਉੱਤੇ ਸੀਗੇ ਆਪਣੇ ਆਪਣੇ ਲక్ష్మణ ਸਿੰਘ ਗਿੱਲ, ਇਹ 4 ਆ ਗਿਆ ਆਪਣਾ। ਉਸ ਤੋਂ ਬਾਅਦ ਆਪਣੇ ਬਣੇ ਸੀ ਜੀ ਜੈਲ ਸਿੰਘ, ਠੀਕ ਆ। ਸੋ ਇਹ 1 ਆ ਗਿਆ। ਸੋ ਨੈਕਸਟ ਆਪਣੇ ਕੌਣ ਬਣੇ ਸੀ, ਦਰਬਾਰਾ ਸਿੰਘ, ਇਹ 4 ਆ ਗਿਆ, ਠੀਕ ਆ ਜੀ। ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਉਹ ਕਰਕੇ ਤੁਸੀਂ ਕਰ ਸਕਦੇ ਹੋ, ਠੀਕ ਆ। ਸੋ ਗੋਪੀ ਚੰਦ ਭਾਰਵਾ ਤਾਂ ਆਪਣੇ ਪਹਿਲੇ ਹੀ ਹੋ ਗਏ, ਠੀਕ ਆ। ਉਸ ਤੋਂ ਬਾਅਦ ਅਗਰ ਆਪਾਂ ਲక్ష్మణ ਸਿੰਘ ਗਿੱਲ ਦੀ ਗੱਲ ਕਰੀਏ, ਠੀਕ ਆ, ਇਹ ਬਣੇ ਸੀਗੇ 4 ਆਪਣੇ ਦੂਜੇ ਨੰਬਰ ਤੇ। ਇਹ ਬਣੇ ਸੀ ਜੀ 1967 ਈਸਵੀ 'ਚ। ਤੇ ਜੈਲ ਸਿੰਘ ਕਦੋਂ ਬਣੇ ਸੀ ਜੀ, ਜੈਲ ਸਿੰਘ ਆਪਣੇ ਇਸ ਤੋਂ ਬਾਅਦ ਆ ਗਏ, ਠੀਕ ਆ। ਆਪਸ਼ਨ ਆਪਣੀ ਏ ਸਹੀ ਹੋ ਰਹੀ ਆ, ਠੀਕ ਆ ਜੀ। ਸੋ ਯਾਦ ਰੱਖਣਾ। ਸੋ ਜੈਲ ਸਿੰਘ ਆਏ ਸੀ ਜੀ 1980 ਈਸਵੀ ਦੇ ਵਿੱਚ, 1972 ਦੇ ਵਿੱਚ ਗਿਆਨੀ ਜੈਲ ਸਿੰਘ ਆਏ ਸੀ। ਤੇ ਦਰਬਾਰਾ ਸਿੰਘ ਕਦੋਂ ਆਏ ਸੀ, ਦਰਬਾਰਾ ਸਿੰਘ ਆਏ ਸੀ ਜੀ 1980 ਈਸਵੀ ਦੇ ਵਿੱਚ। ਸੋ ਇਸ ਤਰ੍ਹਾਂ ਉਹਨਾਂ ਨੇ ਈਅਰ ਪੁੱਛਿਆ, ਇਦਾਂ ਨਹੀਂ ਪੁੱਛਿਆ ਕਿ ਉਦੋਂ ਵਿਚਾਲੇ ਵੀ ਕੋਈ ਹੋਰ ਬਣਿਆ ਹੋ ਸਕਦਾ, ਕੋਈ ਦਿੱਕਤ ਵਾਲੀ ਗੱਲ ਨਹੀਂ ਗੀ,
ठीक है। सो तुसीं जदों ये चीफ मिनिस्टरां की लिस्ट कर लोगे तो कर लोगे। सो फिलहाल अपनी ए ऑप्शन बिल्कुल सही बनती है, ठीक है जी। सो ये अकॉर्डिंग मैं तुहानूं एक बार होर दसदा, तुसीं ज़्यादा हो ना होवो, कन्फ्यूज ना होयो। गोपी चंद भारवा पहले नंबर के उत्ते बने सीगे, ठीक है जी। उस तो बाद बने सी जी साडे लक्ष्मण सिंह गिल, तीजे नंबर के उत्ते साडे जैल सिंह बने सी, चौथे नंबर के उत्ते साडे बने सीगे दरबारा सिंह, ठीक है जी। सो कन्फ्यूज नहीं होना तुसीं। 80 नंबर क्वेश्चन ते आ गए जी अपने। आह क्वेश्चन भी अपना किया होया बाई, किसी भी बच्चे का गलत नहीं होना चाहिए गा, जिन्हें भी अपनी पंजाब जीके की क्लास देखी आ। इन्हां दे विचों किसने एक सिख योद्धा बंदा बहादुर नूं फड़ के शहीद किया सी? बहादुर शाह, औरंगजेब, जहांगीर या फारूक शेर? दसो जी। आपां कीता होया जी ये बिल्कुल सही जी, फारूक शेर अपना बिल्कुल सही हो जाएगा, ठीक है जी। फारूक शेर ने बंदा सिंह बहादुर ਦੇ ਨਾਲ ਜਦੋਂ ਇਹਨਾਂ ਨੂੰ ਐਗਜ਼ੀਕਿਊਟ ਕਰ ਲਿਆ ਸੀ ਤੇ ਉਸ ਤੋਂ ਬਾਅਦ ਸ਼ਹੀਦ ਕਰਤਾ ਸੀ। ਇੱਕ ਤੁਸੀਂ ਮੈਨੂੰ ਹੋਰ ਕੁਐਸਚਨ ਦਾ ਮੈਂ ਤੁਹਾਨੂੰ ਉਹਦੇ ਵਿੱਚ ਪੁੱਛਦਾ ਮੈਂ, ਅਗਰ ਤੁਸੀਂ ਆਪਣੀ ਕਲਾਸ ਦੇਖੀ ਆ ਤਾਂ ਹੀ ਤੁਸੀਂ ਇਹਦਾ ਸਹੀ ਕਰੋਗੇ। ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ? ਸਨ ਪੁੱਛ ਲਿਆ ਉਹਨਾਂ ਨੇ, ਠੀਕ ਆ। ਸਨ ਦੱਸਣਾ ਤੁਸੀਂ। ਇਹ ਵੀ ਕੁਐਸਚਨ PSSB ਦੇ PPSC ਜਾਂ PSSB ਦੇ ਕਿਸੇ ਪੇਪਰ ਦੇ ਵਿੱਚ 2021 ਚ ਰਿਪੀਟ ਹੋਇਆ। ਤੁਸੀਂ ਇਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਵਾ। ਜੇ ਤੁਸੀਂ ਨਹੀਂ ਦੇਖੀ ਤਾਂ ਪਹਿਲਾਂ ਜਾ ਕੇ ਉਹ ਕਲਾਸ ਦੇਖ ਲਓ ਆਪਣੀ, ਬੰਦਾ ਸਿੰਘ ਬਹਾਦਰ ਵਾਲੀ। 8 ਨੰਬਰ ਕਲਾਸ ਆ ਜੀ ਆਪਣੀ। ਨੈਕਸਟ ਆ ਗਿਆ ਜੀ ਸਾਡੇ ਕੋਲੇ, ਇਨ ਵਿਚ ਆਫ ਦਾ ਫੋਲੋਇੰਗ ਈਅਰ ਰਵਿੰਦਰ ਨਾਥ ਟੈਗੋਰ ਨੂੰ ਨਾਈਟਹੁੱਡ ਦਾ ਟਾਈਟਲ ਮਿਲਿਆ ਸੀ? 1910 ਚ, 12 ਚ, 15 ਚ ਜਾਂ 17 ਚ? ਦੱਸੋ ਜੀ। ਬਹੁਤ ਚੰਗੀ ਤਰ੍ਹਾਂ ਆਪਣਾ ਮਾਡਰਨ ਹਿਸਟਰੀ ਦੇ ਵਿੱਚ ਇਹ ਵਾਲਾ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਵਾ। ਐਜ਼ ਐ MCQ ਵੀ ਸ਼ਾਇਦ ਕੀਤਾ ਉਹ, ਥਿਊਰੀ 'ਚ ਤਾਂ ਮੈਂ ਕਰਵਾਇਆ ਹੋਇਆ, ਇੰਨਾ ਮੈਨੂੰ ਯਾਦ ਆ ਪੂਰਾ ਚੰਗੀ ਤਰ੍ਹਾਂ। ਸੋ ਬਿਲਕੁਲ ਸਹੀ ਜੀ, ਇਹਦਾ ਤੁਸੀਂ ਸੋਚ ਲਓ 1915 ਆਪਣਾ ਸਹੀ ਬਣਦਾ, ਠੀਕ ਹੈ ਜੀ। ਇਹ ਆਪਣਾ ਕਰਵਾਇਆ ਹੋਇਆ ਵਾ, ਤੁਸੀਂ ਜਿਹੜਾ ਮੈਂ ਕਰਵਾਇਆ ਹੋਇਆ ਕਹਿਤਾ ਤਾਂ ਇਹਦਾ ਮਤਲਬ ਤੁਸੀਂ ਉਹਦੇ ਉੱਤੇ ਟੈਨਸ਼ਨ ਫਰੀ ਹੋ ਜਾਓ, ਤੁਸੀਂ PDF ਵੀ ਰਿਵਾਈਜ਼ ਕਰੋਗੇ ਤੁਹਾਡਾ ਕਵਰ ਹੋ ਜਾਏਗਾ, ਠੀਕ ਹੈ। ਜਿਹੜਾ ਮੈਂ ਕਹਿੰਦਾ ਹੁੰਦਾ ਕਿ ਰਹਿੰਦਾ ਵਾ, ਰਹਿਣ ਦਾ ਮਤਲਬ ਇਹ ਨਹੀਂਗਾ ਕਿ ਆਪਾਂ ਉਹ ਛੱਡਤਾ ਹੋਇਆ। ਰਹਿਣ ਦਾ ਮਤਲਬ ਇਹ ਆ ਕਿ ਆਪਣਾ ਅਜੇ ਸਿਲੇਬਸ ਨਹੀਂ ਪੂਰਾ ਹੋਇਆ। ਅਗਰ ਆਪਾਂ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਨਾ, ਅਜੇ ਆਪਣਾ ਅਗਰ ਆਪਾਂ ਦੇਖੀਏ ਤਾਂ ਪੋਲਿਟੀ ਆਪਣੀ 70% ਹੋਈ ਆ, ਤੇ ਆਪਣੀ ਪੰਜਾਬ GK ਆਪਣੀ ਅਜੇ 70% ਹੋਈ ਆ। ਮਾਡਰਨ ਹਿਸਟਰੀ ਆਪਣੀ ਜ਼ਰੂਰ 90% ਦੇ ਆਸ-ਪਾਸ ਹੋ ਗਈ ਆ। ਮਾਡਰਨ ਹਿਸਟਰੀ 10%, 2 ਕਲਾਸਾਂ ਰਹਿੰਦੀਆਂ ਨੇ, ਮੈਂ ਕਰਵਾ ਦੂੰਗਾ। ਸੋ ਅਜੇ ਇੰਨੇ ਪਰਸੈਂਟ ਪੇਪਰ ਹੋਇਆ। ਜਿਹੜੇ ਕੁਐਸਚਨ ਮੈਂ ਕਹਿੰਦਾ ਹੁੰਦਾ ਕਿ ਨਹੀਂ ਕਵਰ ਹੋਏ, ਆਪਣੇ ਕਵਰ ਹੋ ਜਾਣਗੇ, ਉਹ ਅਗਲੀ 30% 'ਚ 100% ਕਵਰ ਹੋਣਗੇ। ਮੈਂ ਸਾਰਾ ਕਰਵਾਊਂਗਾ ਤੁਹਾਨੂੰ ਸਿਲੇਬਸ, ਇਹਦੀ ਤੁਸੀਂ ਟੈਨਸ਼ਨ ਨਹੀਂ ਲੈਣੀ। ਬਸ ਇੱਕ ਸਟੈਟਿਕ GK ਆਪਣੀ ਸ਼ੁਰੂ ਹੋਣ ਵਾਲੀ ਰਹਿੰਦੀ ਆ, ਉਹਦੀਆਂ ਕਲਾਸਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਕਿ ਆਪਣੀ ਇਸ ਹਫਤੇ ਦੇ ਐਂਡ ਦੇ ਵਿੱਚ ਜਾਂ ਅਗਲੇ ਹਫਤੇ ਮੰਡੇ ਤੋਂ ਆਪਣੀ ਕਲਾਸ ਸ਼ੁਰੂ ਹੋ ਜਾਏਗੀ। ਸੋ ਉਹਦੇ ਲਈ ਵੀ ਤੁਸੀਂ ਪਰੇਸ਼ਾਨ ਨਹੀਂ ਹੋਣਾ। ਤੁਹਾਨੂੰ ਮੈਂ ਬਹੁਤ ਚੰਗੀ ਤਰ੍ਹਾਂ ਨਾਲ ਸਟੈਟਿਕ GK ਕਰਵਾਊਂਗਾ ਕਿ ਕਿਹੜੇ ਇੰਪੋਰਟੈਂਟ ਟੌਪਿਕ ਨੇ। ਜੇ ਸਟੈਟਿਕ GK ਚੋਂ 10 ਕੁਐਸਚਨ ਆਉਂਦੇ ਨੇ ਤਾਂ ਆਪਣੇ 6-7 ਕੁਐਸਚਨ ਉਹਦੇ ਵਿੱਚੋਂ ਫਸਣੇ, ਕਿਉਂਕਿ ਸਟੈਟਿਕ GK ਵੀ ਬਹੁਤ ਵਾਸਟ ਆ। ਇਹਦੇ ਵਿੱਚ ਤੁਸੀਂ ਖੁਦ ਪੜ੍ਹਨ ਲੱਗੋਗੇ ਤਾਂ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਕਿਹੜੀ ਚੀਜ਼ ਪੜ੍ਹਨੀ ਆ, ਕਿਹੜੀ ਛੱਡਣੀ ਆ। ਜਿਹੜੇ ਪੇਪਰ ਦੇ ਵਿੱਚ ਕੁਐਸਚਨ ਆਉਂਦੇ ਨੇ, ਟੌਪਿਕ ਆਉਂਦੇ ਨੇ, ਆਪਾਂ ਉਹੀ ਕਰਾਂਗੇ, ਠੀਕ ਹੈ ਜੀ। ਸੋ ਨੈਕਸਟ ਆ ਗਿਆ ਸਾਡੇ ਕੋਲੇ, ਹੂ ਸਟਾਰਟਡ ਦਾ, ਕਹਿੰਦਾ ਜੀ ਦਿਨੇ ਇਲਾਹੀ ਸੀਗਾ। ਦਿਨੇ ਇਲਾਹੀ ਇੱਕ ਧਰਮ ਸੀਗਾ, ਉਹ ਕਿਹਨੇ ਸ਼ੁਰੂ ਕੀਤਾ ਸੀ? ਅਕਬਰ ਨੇ, ਸ਼ਾਹਜਹਾਂ ਨੇ, ਸ਼ੇਰ ਸ਼ਾਹ ਸੂਰੀ ਨੇ ਜਾਂ ਜਹਾਂਗੀਰ ਨੇ? ਸੋ ਮਾਡਰਨ ਮੈਡੀਵਲ ਹਿਸਟਰੀ ਦੀਆਂ ਜਿਹੜੀਆਂ ਮੈਂ ਤੁਹਾਨੂੰ ਕਿਹਾ ਸੀ 2 ਕਲਾਸਾਂ ਰਹਿੰਦੀਆਂ ਨੇ, ਉਹਦੇ ਵਿੱਚ ਇਹ ਸਾਰਾ ਕੁਝ ਕਵਰ ਹੋਏਗਾ ਆਪਣਾ, ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਫਿਲਹਾਲ ਤੁਸੀਂ ਦੱਸਣਾ ਵਾ, ਇਹ ਵੈਸੇ ਵੀ ਤੁਸੀਂ ਪੜ੍ਹਿਆ ਹੋਏਗਾ, ਅਗਰ ਜੋ ਪਹਿਲਾਂ ਤੋਂ ਤਿਆਰੀ ਕਰ ਰਹੇ ਆ ਉਹਨਾਂ ਨੇ ਤਾਂ ਪੜ੍ਹਿਆ ਹੋਏਗਾ। ਬਿਲਕੁਲ ਸਹੀ ਜੀ, ਅਕਬਰ ਨੇ ਸ਼ੁਰੂ ਕੀਤਾ ਸੀ ਇਹ ਦਿਨੇ ਇਲਾਹੀ ਧਰਮ, ਠੀਕ ਹੈ। ਆਪਣਾ ਇੱਕ ਨਵਾਂ ਧਰਮ ਸ਼ੁਰੂ ਚਲਾਇਆ ਸੀਗਾ ਇਹਨੇ ਉਸ ਟਾਈਮ ਦੇ ਉੱਤੇ। ਹੁਣ ਇਹਨੂੰ ਮੰਨਣ ਵਾਲਾ ਸਿਰਫ ਇੱਕ ਆਪਣਾ ਵਿਅਕਤੀ ਸੀਗਾ, ਠੀਕ ਹੈ। ਇੱਕ ਬੰਦਾ ਮੰਨਦਾ ਹੁੰਦਾ ਸੀ, ਕੌਣ ਮੰਨਦਾ ਹੁੰਦਾ ਸੀ? ਬੀਰਬਲ, ਸਿਰਫ ਬੀਰਬਲ ਮੰਨਦਾ ਹੁੰਦਾ ਸੀਗਾ ਇਹਨੂੰ ਸਿਰਫ, ਠੀਕ ਹੈ ਜੀ। ਸੋ ਇੰਪੋਰਟੈਂਟ ਕੁਐਸਚਨ ਬਣਦਾ, ਪੇਪਰ 'ਚ ਦੇਖ ਲਓ, ਰਿਪੀਟ ਹੋ ਗਿਆ। ਬ੍ਰਿਟਿਸ਼ ਸਾਮਰਾਜ ਵਿੱਚ ਭਾਰਤ ਦਾ ਪਹਿਲਾ ਇੰਜੀਨੀਅਰਿੰਗ ਕਾਲਜ ਕਿਹੜਾ ਸੀ? PEC ਚੰਡੀਗੜ੍ਹ, IIT ਰੁੜਕੀ, IIT ਮਦਰਾਸ ਜਾਂ ਬਨਾਰਸ ਇੰਜੀਨੀਅਰਿੰਗ ਕਾਲਜ? ਦੱਸੋ ਜੀ। ਬਿਲਕੁਲ ਸਹੀ ਜੀ, ਇਹਦਾ IIT ਰੁੜਕੀ ਆਪਣਾ ਆਨਸਰ ਬਣ ਜਾਂਦਾ ਵਾ, ਠੀਕ ਆ। ਨੈਕਸਟ ਆ ਗਿਆ, ਸੋ ਇਹ ਆਪਣੇ ਪਹਿਲੇ ਜਿਹੜੇ ਆ ਗਿਆ ਨਾ, ਜਿਹੜਾ ਇਹਦੇ ਵਿੱਚ ਇੰਜੀਨੀਅਰਿੰਗ ਕਾਲਜ, ਪਹਿਲਾ ਇੰਜੀਨੀਅਰਿੰਗ ਕਾਲਜ ਕਿਹੜਾ ਸੀ, ਉਹ ਸਾਰਾ ਸਟੈਟਿਕ GK ਦਾ ਕੁਐਸਚਨ ਬਣਦਾ ਵਾ। ਸੈਕਿੰਡ ਬੈਟਲ ਆਫ ਪਾਣੀਪਤ ਵਾਜ਼ ਫੌਟ ਵਿਦ, ਦੇਖੋ ਹੁਣ ਮੈਂ ਤੁਹਾਨੂੰ ਉੱਪਰ ਕਿਹਾ ਸੀ ਨਾ, ਪੇਪਰ ਦੇ ਵਿੱਚ ਇਦਾਂ ਦੇ ਕੁਐਸਚਨ ਬਣਦੇ ਨੇ, ਅੱਗੇ ਵੀ ਬਣਦੇ ਰਹਿਣਗੇ। ਇਹ ਕੁਐਸਚਨ ਮੈਂ ਤੁਹਾਨੂੰ ਕਿਹਾ ਵੀ 2-3 ਵਾਰੀ PSSB ਦੇ 2021 ਐਗਜ਼ਾਮ 'ਚ ਰਿਪੀਟ ਹੋ ਗਿਆ। ਪਾਣੀਪਤ ਦੀ ਦੂਜੀ ਲੜਾਈ ਰਾਜੇ ਡੈਸ਼ ਅਤੇ ਮੁਗਲਾਂ ਵਿਚਕਾਰ ਡੈਸ਼ ਦੇ ਅਧੀਨ ਲੜੀ ਗਈ ਸੀ। ਦੇਖੋ ਜੀ, ਦੋਨਾਂ ਦਾ ਉਹਨਾਂ ਨੇ ਪੁੱਛ ਲਿਆ, ਆਪਾਂ ਤੁਹਾਨੂੰ ਕਰਵਾਇਆ ਹੋਇਆ ਵਾ ਬਹੁਤ। ਆਹ ਆਪਸ਼ਨਾਂ ਤੇ ਨਹੀਂ ਜਾਣਾ ਤੁਸੀਂ। ਹੁਣ ਮੈਂ ਹੁਣੇ ਤੁਹਾਨੂੰ ਪਿੱਛੇ, ਮੇਰੇ ਹਿਸਾਬ ਦੇ ਨਾਲ ਪਿੱਛੇ ਸ਼ਾਇਦ ਮੈਂ ਪਹਿਲੀ ਲੜਾਈ ਦੱਸਿਆ, ਨਹੀਂ ਦੂਜੀ ਲੜਾਈ ਤੁਹਾਨੂੰ ਮੈਂ ਉੱਪਰ ਕਰਵਾ ਚੁੱਕਿਆ ਵਾਂ, ਠੀਕ ਆ। ਸੋ ਤੁਹਾਡਾ ਆਰਾਮ ਨਾਲ ਐਲੀਮੀਨੇਟ ਹੋ ਗਿਆ ਹੋਊਗਾ। ਦੱਸੋ ਜੀ। ਬਿਲਕੁਲ ਸਹੀ ਜੀ, ਹੇਮੂ ਤੇ ਅਕਬਰ ਆ ਨਾ, ਜਿਹੜਾ ਆਪਣਾ ਹੇਮੂ ਤੇ ਅਕਬਰ ਦੀ ਪਾਣੀਪਤ ਦੀ ਦੂਜੀ ਲੜਾਈ ਹੋਈ ਸੀ। ਇਹ ਕਦੋਂ ਹੋਈ ਸੀ ਜੀ? ਇਹ ਹੋਈ ਸੀ ਜੀ ਸਾਡੀ 1556 ਈਸਵੀ ਦੇ ਵਿੱਚ। ਇਹਦੀ ਅਗਰ ਵੈਸੇ ਡੇਟ ਪੁੱਛਦੇ ਨਹੀਂ, ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ, 5 ਨਵੰਬਰ
1556 ਨੂੰ ਇਹ ਲੜਾਈ ਹੋਈ ਸੀ। ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਸੀ? ਹੁਣ ਦੇਖੋ, ਇਹ ਤੁਸੀਂ ਕਾਪੀ ਦੇ ਉੱਤੇ ਨੋਟ ਕਰ ਲਓ। ਵੈਸੇ ਜਦੋਂ ਮੁਗਲ ਕਾਲ ਕਰਾਇਆ ਮੈਂ ਤੁਹਾਨੂੰ PDF ਵੀ ਦੇ ਦੂੰਗਾ। ਸੋ ਪਾਣੀਪਤ, ਇਹ ਵੈਸੇ ਮੇਰਾ ਇਹ ਕਵਰ ਕਰਵਾਏ ਹੋਏ ਨੇ ਕੁਐਸਚਨ। ਇਹ ਵਾਲਾ ਕੁਐਸਚਨ ਸੇਮ ਟੂ ਸੇਮ ਤੁਸੀਂ ਆਪਣੀ ਪੰਜਾਬ GK ਦੀ 4 ਨੰਬਰ ਕਲਾਸ ਦੇਖੋ ਜਾਂ 3 ਨੰਬਰ, ਉਹਦੇ ਵਿੱਚ ਪੰਜਾਬ ਦਾ ਮੱਧਕਾਲੀਨ ਇਤਿਹਾਸ ਦੇ ਵਿੱਚ ਮੈਂ ਮੁਗਲ ਕਾਲ ਜੋ ਜਿੰਨੀਆਂ ਵੀ ਲੋਧੀ ਡਾਇਨੈਸਟੀ ਸਾਰੀਆਂ ਕਰਵਾਈਆਂ ਹੋਈਆਂ ਨੇ, ਉਹਦੇ ਵਿੱਚ ਇਹ ਮੈਂ MCQ 'ਚ ਵੀ ਕਵਰ ਕੀਤਾ ਹੋਇਆ ਤੇ ਤੁਹਾਨੂੰ ਵੈਸੇ ਵੀ ਪਾਣੀਪਤ ਦੀਆਂ ਪਹਿਲੀ ਤੇ ਦੂਜੀ ਲੜਾਈ ਚੰਗੀ ਤਰ੍ਹਾਂ ਕਰਵਾਈ ਹੋਈ ਆ। ਠੀਕ ਆ, ਸੋ ਇਹਦੇ ਵਿੱਚ ਤੁਸੀਂ ਉਹ ਨਹੀਂ ਹੋਣਾਗਾ। ਵੈਸੇ ਇੱਕ ਵਾਰੀ ਹੋਰ ਕਰ ਲਾਂਗੇ, ਤੁਹਾਡੀ ਰਿਵੀਜ਼ਨ ਹੋ ਜਾਏਗੀ। ਠੀਕ ਹੈ ਜੀ। ਸੋ ਬਾਬਰ ਤੇ ਇਬਰਾਹਿਮ ਲੋਧੀ ਦੇ ਵਿੱਚ ਕੀ ਹੋਇਆ ਸੀ ਜੀ? ਬਾਬਰ ਤੇ ਇਬਰਾਹਿਮ ਲੋਧੀ ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ 21 ਅਪ੍ਰੈਲ 1526। ਇਹਦੀ ਤੁਸੀਂ ਡੇਟ ਵੀ ਮੇਰੇ ਹਿਸਾਬ ਦੇ ਨਾਲ ਯਾਦ ਕਰ ਲਓ। ਵੈਸੇ ਤਾਂ ਹੁੰਦੀ ਨਹੀਂ, ਕਈ ਵਾਰ ਪਤਾ ਨਹੀਂ, ਐਗਜ਼ਾਮੀਨਰ ਔਖਾ ਕੁਐਸਚਨ ਅੱਜ ਕੱਲ੍ਹ ਬਣਾ ਰਹੇ ਆ, ਕੁਝ ਵੀ ਪੁੱਛ ਰਹੇ ਆ। ਠੀਕ ਆ, ਸੋ ਤੁਸੀਂ ਅਗਰ ਕਰ ਸਕਦੇ ਹੋ ਤਾਂ ਸੋ ਜ਼ਿਆਦਾ ਕੰਪਲਸਰੀ ਨਹੀਂ। 21 ਅਪ੍ਰੈਲ 1526 ਨੂੰ ਹੋਇਆ ਸੀ ਪਾਣੀਪਤ ਦਾ ਪਹਿਲਾ ਯੁੱਧ। ਪਾਣੀਪਤ ਦਾ ਦੂਜਾ ਯੁੱਧ ਹੋਇਆ ਸੀ 15 ਨਵੰਬਰ 1556 ਨੂੰ, 5 ਨਵੰਬਰ 1556 ਨੂੰ। ਠੀਕ ਆ, ਸੋ ਇਹ ਤੁਸੀਂ ਸਾਰਾ ਕਰ ਲਿਆ ਹੋਇਆ ਵਾ। ਹੁਣ ਦੇਖੋ, ਤੇ ਇਹ ਜਿਹੜੀ ਲੜਾਈ ਹੋਈ ਸੀ ਨਾ, ਇਹਦੇ ਵਿੱਚ ਅਕਬਰ ਵੱਲੋਂ ਨਾ ਇੱਕ ਬੈਰਾਮ ਖਾਨ ਸੀ। ਬੈਰਾਮ ਖਾਨ ਇਹਨਾਂ ਦਾ ਸੈਨਾਪਤੀ ਜਿਹੜਾ ਸੀਗਾ, ਉਹ ਲੜਿਆ ਸੀਗਾ। ਠੀਕ ਆ ਜੀ। ਸੋ ਅਕਬਰ ਵੀ ਇਦਾਂ ਨਹੀਂ, ਅਕਬਰ ਨਹੀਂ ਸੀ। ਸੋ ਬੈਰਾਮ ਖਾਨ, ਕਈ ਵਾਰ ਪੇਪਰ ਦੇ ਵਿੱਚ ਨਾ ਬੈਰਾਮ ਖਾਨ ਆਪਸ਼ਨ ਦੇ ਦਿੰਦੇ ਆ ਤੁਹਾਨੂੰ, ਤਾਂ ਤੁਸੀਂ ਬੈਰਾਮ ਖਾਨ ਵੀ ਲਾ ਸਕਦੇ ਹੋ ਜੇਕਰ ਅਕਬਰ ਨਹੀਂ ਦਿੱਤਾ ਹੋਇਆ। ਠੀਕ ਆ ਜੀ। ਸੋ ਨੈਕਸਟ ਆਪਣਾ ਮੋਸਟ ਇੰਪੋਰਟੈਂਟ ਲੜਾਈ ਹੋਈ ਸੀ ਇੱਕ, ਇਸੇ ਹੀ ਪਾਣੀਪਤ ਦੀ ਤੀਜੀ ਲੜਾਈ 1761 ਈਸਵੀ ਦੇ ਵਿੱਚ। ਠੀਕ ਆ, ਪਾਣੀਪਤ ਦੀ ਇਹਨੂੰ ਆਪਾਂ ਤੀਜੀ ਲੜਾਈ ਕਹਿੰਦੇ ਆ। ਹੋਈ ਕਦੋਂ ਸੀ ਜੀ? 17 ਅਪ੍ਰੈਲ ਦੇ ਵਿੱਚ, ਸ਼ਾਇਦ ਅਪ੍ਰੈਲ ਦੇ ਵਿੱਚ ਨਹੀਂ ਸੀ ਹੋਈ, 17 ਜਨਵਰੀ, ਸੌਰੀ ਇੱਥੇ ਤੁਸੀਂ ਕਰੈਕਸ਼ਨ ਕਰ ਲਿਓ। 17 ਜਨਵਰੀ 1761 ਈਸਵੀ ਨੂੰ ਇਹ ਲੜਾਈ ਹੋਈ ਸੀ। ਠੀਕ ਆ, ਸੋ ਤੁਸੀਂ ਇਹਨੂੰ ਚੰਗੀ ਤਰ੍ਹਾਂ ਯਾਦ ਕਰਨਾ ਵਾ। ਸੋ ਇਹਨੂੰ ਕਨਫਿਊਜ਼ ਨਹੀਂ ਹੋਣਾ। ਇੱਕ ਮਿੰਟ ਮੈਂ ਦੁਬਾਰਾ ਲਿਖਦਾ ਤੁਹਾਨੂੰ। ਠੀਕ ਹੈ ਜੀ। ਪਹਿਲੀ ਦੂਜੀ ਲੜਾਈ ਤੁਹਾਨੂੰ ਮੈਂ ਕਰਵਾਤੀ ਹੋਈ ਆ ਰਹੀ ਪਾਣੀਪਤ ਦੀ ਤੀਜੀ ਲੜਾਈ, ਇਹਨੂੰ ਤੁਸੀਂ ਨੋਟ ਕਰਨਾ ਵਾ 14 ਜਨਵਰੀ 1761 ਈਸਵੀ ਨੂੰ। ਠੀਕ ਆ, ਤੀਜੀ ਲੜਾਈ ਹੋਈ ਸੀ ਮਰਾਠੇ ਤੇ ਅਹਿਮਦ ਸ਼ਾਹ ਅਬਦਾਲੀ। ਠੀਕ ਆ ਜੀ, ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਦੇ ਵਿਚਕਾਰ ਇਹ ਲੜਾਈ ਹੋਈ ਸੀ। ਸੋ ਕੋਸ਼ਿਸ਼ ਕਰੋ ਤੁਸੀਂ ਲਿਖ ਲਓ। ਬਾਕੀ ਮੈਂ ਮੁਗਲ ਕਾਲ ਇੱਕ ਅੱਧੇ ਹਫ਼ਤੇ ਦੇ ਵਿੱਚ ਹੀ ਤੁਹਾਨੂੰ ਇੱਕ ਕਲਾਸ ਦੇ ਦਾਂਗਾ, ਫਿਰ ਤੁਹਾਨੂੰ ਕੁਛ ਲਿਖਣ ਦੀ ਵੀ ਲੋੜ ਨਹੀਂ ਪਏਗੀ। ਇਹ ਤਾਂ ਇੱਕ ਜਸਟ ਕੁਇਕ ਰਿਵੀਜ਼ਨ ਲਈ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਬਾਰ-ਬਾਰ ਰਿਵਾਈਜ਼ ਕਰ ਸਕਦੇ ਹੋ ਅਜੇ ਫਿਲਹਾਲ ਲਈ। ਹੁਣ ਜੀ, ਚਾਂਦ ਬੀਬੀ ਕਿੱਥੋਂ ਦੀ ਰੂਲਰ ਸੀ? ਬੀਜਾਪੁਰ ਦੀ, ਸਤਾਰਾ ਦੀ ਸੀ, ਪਟਿਆਲਾ ਦੀ ਸੀ ਜਾਂ ਅਹਿਮਦਨਗਰ ਦੀ ਸੀ? ਦੱਸੋ ਜੀ। ਇਹ ਕੁਐਸਚਨ ਸ਼ਾਇਦ PPSC ਨੇ ਡ੍ਰੌਪ ਕਰਤਾ ਸੀ। ਵੈਸੇ ਇਹਦੇ ਵਿੱਚ ਬੀਜਾਪੁਰ ਆਨਸਰ ਸਹੀ ਬਣਦਾ ਸੀ। ਸੋਚ ਸਕਦਾ ਇਹਨਾਂ ਦੇ ਵਿੱਚੋਂ ਵੀ ਕੋਈ ਇਦਾਂ ਦਾ ਹੋਵੇ ਜਿੱਥੇ ਕਿ ਉਹਨੇ ਰਾਜ ਕੀਤਾ ਹੋਵੇ, ਰੂਲਰ ਸ਼ਾਸਕ ਹੋਵੇ ਇੱਥੋਂ ਦੀ। ਸੋ ਬੀਜਾਪੁਰ ਵੈਸੇ ਸਹੀ ਬਣਦਾ ਸੀਗਾ, ਸੋ ਇਹਨਾਂ ਨੇ ਡ੍ਰੌਪ ਕਰਤਾ ਹੋਇਆ ਵਾ ਕੁਐਸਚਨ ਇਹ। ਸੋ ਨੈਕਸਟ ਆ ਗਿਆ ਜੀ ਸਾਡੇ ਕੋਲੇ, ਇਹਨਾਂ ਦੇ ਵਿੱਚੋਂ ਦੱਸੋ ਜੀ ਕਿਹੜੀ ਵਿਅੰਗਮਈ ਹਿੰਦੀ ਨਾਵਲ ਰਾਗ ਦਰਬਾਰ ਲਿਖਿਆ? ਇਹਨਾਂ ਚੋਂ ਉਮਾ ਦਾਸ ਨੇ ਲਿਖਿਆ, ਅਨੀਤਾ ਦੇਸਾਈ ਨੇ ਲਿਖਿਆ, ਸ਼੍ਰੀ ਲਾਲ ਸ਼ੁਕਲਾ ਨੇ ਲਿਖਿਆ ਜਾਂ ਸ਼੍ਰੀ ਮੁਲਕ ਰਾਜ ਆਨੰਦ ਨੇ ਲਿਖਿਆ? ਸੋ ਇਹ ਕੁਐਸਚਨ ਥੋੜ੍ਹੇ ਜਿਹੇ ਇੱਦਾਂ ਦੇ ਆ ਜਾਂਦੇ ਹੁੰਦੇ ਨੇ ਜਿਹੜੇ ਕਿ ਤੁਹਾਨੂੰ ਥੋੜ੍ਹਾ ਜਿਹਾ ਪਰੇਸ਼ਾਨ ਕਰ ਸਕਦੇ ਨੇ। ਸੋ ਇੱਦਾਂ ਦੇ ਕੁਐਸਚਨ ਤੁਹਾਨੂੰ ਮੈਂ ਇਸ ਲਈ ਕਿਹਾ ਕਿ GK ਦੇ ਵਿੱਚ ਇੱਦਾਂ ਦੇ ਕੁਐਸਚਨ ਆਉਂਦੇ ਨੇ। ਸ਼੍ਰੀ ਲਾਲ ਸ਼ੁਕਲਾ ਨੇ ਲਿਖਿਆ ਵਾ, ਠੀਕ ਹੈ, ਹਿੰਦੀ ਨਾਵਲ ਰੰਗ ਦਰਬਾਰ। ਸੋ ਕੁਝ ਕੁਐਸਚਨ ਇੱਦਾਂ ਦੇ ਹੁੰਦੇ ਨੇ ਜਿਹੜੇ ਸਾਰਿਆਂ ਲਈ ਹੀ ਇੱਦਾਂ ਦੇ ਹੋਣਗੇ ਕਿ ਕਿਸੇ ਨੇ ਪੜ੍ਹੇ ਹੋਣਗੇ, ਕਿਸੇ ਨੇ ਨਹੀਂ ਪੜ੍ਹੇ ਹੋਣਗੇ। ਠੀਕ ਹੈ ਜੀ। ਸੋ ਤੁਸੀਂ ਇਹੋ ਜਿਹੇ ਕੁਐਸਚਨ ਦੇ ਉੱਤੇ ਜ਼ਿਆਦਾ ਤੁਸੀਂ ਪਰੇਸ਼ਾਨ ਨਹੀਂ ਹੋਣਾ। ਠੀਕ ਹੈ ਜੀ। ਨੈਕਸਟ ਆਪਾਂ ਹੁਣ ਜੀ ਸ਼ੁਰੂ ਕਰਦੇ ਹਾਂ ਜੀ ਆਪਣਾ ਅਗਲਾ ਕੁਐਸਚਨ ਕਿਹੜਾ ਆ ਗਿਆ ਜੀ? ਨੈਕਸਟ ਕੁਐਸਚਨ ਸਾਡਾ ਆ ਗਿਆ ਜੀ, ਆ ਦੇਖੋ ਜੀ, ਫਿਲਮਾਂ ਦੇ ਉੱਤੇ ਕੁਐਸਚਨ, ਸਪੋਰਟਸ ਦੇ ਉੱਤੇ ਕੁਐਸਚਨ, ਇੱਦਾਂ ਦੇ ਕੁਐਸਚਨ ਪੇਪਰ 'ਚ ਪੁੱਛੇ ਜਾਂਦੇ ਨੇ। ਭਾਰਤ ਵਿੱਚ ਫਿਲਮਫੇਅਰ ਬੈਸਟ ਅਵਾਰਡ ਜਿੱਤਣ ਵਾਲੀ ਪਹਿਲੀ ਮਹਿਲਾ ਦਾ ਨਾਂ ਕੀ ਨਾਂ ਹੈ? ਠੀਕ ਹੈ ਜੀ। ਇਹ ਮੈਂ ਤੁਹਾਨੂੰ ਕਰਵਾ ਦਾਂਗਾ ਜਦੋਂ ਸਟੈਟਿਕ GK 'ਚ ਆਪਣਾ ਫਿਲਮ ਦਾ ਟੌਪਿਕ ਕਰਾਂਗੇ। ਸਾਰੇ ਆਪਾਂ ਕਰਾਂਗੇ, ਦਾਦਾ ਸਾਹਿਬ ਫਾਲਕੇ ਹੋ ਗਿਆ, ਫਿਲਮਫੇਅਰ ਬੈਸਟ ਅਵਾਰਡ ਹੋ ਗਿਆ, ਇਹਦੇ ਵਿੱਚੋਂ ਕੁਐਸਚਨ ਬਹੁਤ ਪੁੱਛੇ ਜਾਂਦੇ ਨੇ। ਸੋ ਇਹਨਾਂ ਨੇ ਪਹਿਲੀ ਫਿਲਮ ਪੁੱਛ ਲਈ ਬੂਟ ਪਾਲਿਸ਼, ਸ਼੍ਰੀ 420, 2 ਬਿੱਘਾ ਜ਼ਮੀਨ ਜਾਂ ਤੇਜ਼ਾਬ? ਦੱਸੋ ਜੀ। ਸੋ ਤੁਸੀਂ ਸੋਚ ਲਿਆ ਹੋਵੇਗਾ, ਜਿਹਨੇ ਪਹਿਲਾਂ ਕੀਤਾ ਹੋਇਆ ਉਹਨੂੰ ਤਾਂ ਦੱਸਿਆ 2 ਬਿੱਘਾ ਜ਼ਮੀਨ ਜਿਹੜੀ ਸੀਗੀ ਉਹਨੂੰ ਫਿਲਮਫੇਅਰ ਅਵਾਰਡ ਦਾ ਬੈਸਟ ਅਵਾਰਡ ਮਿਲਿਆ ਸੀ ਪਹਿਲੀ ਵਾਰ। ਠੀਕ ਆ, 1954 ਦੇ ਵਿੱਚ ਸ਼ੁਰੂ ਹੋਇਆ ਸੀ। ਸੋ ਅਗਰ ਪੇਪਰ ਦੇ ਵਿੱਚ ਨਾ ਤੁਹਾਨੂੰ ਕੁਐਸਚਨ ਆਵੇ ਕਿ ਪਹਿਲਾ ਜਿਹੜਾ ਐਕਟਰ ਕੌਣ ਸੀਗਾ ਜਿਹਨੂੰ ਕਿ ਬੈਸਟ ਫਿਲਮਫੇਅਰ ਅਵਾਰਡ ਮਿਲਿਆ ਸੀ ਫਸਟ 1954 ਦੇ ਵਿੱਚ ਹੀ, ਇਹ ਸੀਗੇ ਜੀ ਆਪਣੇ ਦਲੀਪ ਕੁਮਾਰ ਨੂੰ। ਸੋ ਇਹ ਤੁਸੀਂ ਲਿਖ ਸਕਦੇ ਹੋ ਆਪਦੇ ਉਹਦੇ 'ਤੇ। ਠੀਕ ਹੈ, ਜੇਕਰ ਤੁਸੀਂ ਨੋਟਬੁੱਕ ਲੱਗ ਗਿਆ, ਦਲੀਪ ਕੁਮਾਰ ਨੂੰ ਮਿਲਿਆ ਸੀ 1954 ਦੇ ਵਿੱਚ। ਕਿਹੜੀ ਫਿਲਮ ਲਈ? ਫਿਲਮ ਸ਼ਾਇਦ ਦਾਗ ਫਿਲਮ ਸੀ। ਠੀਕ ਹੈ ਜੀ, ਦਾਗ ਫਿਲਮ ਲਈ ਇਹਨਾਂ ਨੂੰ ਮਿਲਿਆ ਸੀ। ਅਤੇ ਐਕਟਰਸ ਕਿਹਨੂੰ ਮਿਲਿਆ ਸੀ? ਹੀਰੋਇਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਕਿਹੜੀ ਐਕਟਰਸ ਸੀਗੀ ਜਿਹਨੂੰ ਬੈਸਟ ਫਿਲਮਫੇਅਰ ਅਵਾਰਡ ਮਿਲਿਆ ਸੀ? ਇਹ ਐਕਟਰਸ ਸੀਗੀ ਜੀ ਆਪਣੀ ਮੀਨਾ ਕੁਮਾਰੀ ਉਸ ਟਾਈਮ ਦੇ ਉੱਤੇ 1954 'ਚ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਦਾਂ ਦੇ ਕੁਐਸਚਨ PSS ਵੀ ਪੁੱਛਦਾ ਵਾ GK ਦੇ ਵਿੱਚ। ਸੋ ਸਟੈਟਿਕ GK ਦੇ ਵਿੱਚ ਤੁਹਾਨੂੰ ਇਹ ਵਾਲੇ ਟੌਪਿਕ ਕਰਨੇ ਹੀ ਪੈਣੇ ਨੇ। ਇਹਦੇ ਵਿੱਚ ਥੋੜ੍ਹੀ ਜਿਹੀ ਸਟੈਟਿਕ GK ਵੱਧ ਆਈ ਹੋਈ ਆ। ਬਾਕੀ ਨਾ ਜਦੋਂ ਤੁਸੀਂ ਪਟਵਾਰੀ ਦਾ ਪੇਪਰ ਦੇਖੋਗੇ ਆਪਣਾ,
ਤੇ ਐਗਜ਼ਾਈਜ਼ ਦਾ ਪੇਪਰ ਦੇਖੋਗੇ, ਇਲੈਕਸ਼ਨ ਕਾਨੂੰਗੋ ਦਾ ਪੇਪਰ ਦੇਖੋਗੇ, ਜਿਹੜੇ ਤੁਸੀਂ ਦੂਸਰੇ ਪੇਪਰ ਦੇਖੋਗੇ ਨਾ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਥੋੜ੍ਹਾ ਜਿਹਾ ਇਹਨਾਂ ਨੇ ਮਾਡਰਨ ਹਿਸਟਰੀ ਹੋ ਗਿਆ, ਥੋੜ੍ਹਾ ਜਿਹਾ ਪੋਲਿਟੀ ਦੇ ਕੁਐਸਚਨ ਇੱਦਾਂ ਦੇ ਮਿਕਸ, ਇਹਦੇ ਵਿੱਚ ਥੋੜ੍ਹੀ ਜਿਹੀ ਪੋਲਿਟੀ ਇਹਨਾਂ ਨੇ ਘੱਟ ਪਾਈ ਸੀਗੀ ਇਸ ਟਾਈਮ। ਸੋ ਪੋਲਿਟੀ ਤੇ ਇਹਨਾਂ ਨੇ ਨਾ ਜ਼ਿਆਦਾਤਰ ਟੌਪਿਕ ਮੈਂਸ਼ਨ ਵੀ ਨਹੀਂ ਸੀ ਕੀਤੇ ਸਿਲੇਬਸ ਦੇ ਵਿੱਚ। ਲਾਸਟ ਟਾਈਮ ਜਦੋਂ ਆਪਣੇ ਪਟਵਾਰੀ ਦਾ ਤੁਸੀਂ ਸਿਲੇਬਸ ਚੱਕ ਲਓ ਜਾਂ ਦੂਜਾ ਇਲੈਕਸ਼ਨ ਕਾਨੂੰਗੋ ਜਾਂ ਐਗਜ਼ਾਈਜ਼ ਦਾ ਸਿਲੇਬਸ ਚੱਕੋਗੇ ਨਾ ਤੁਸੀਂ, ਉਹਦੇ ਵਿੱਚ ਜੇਲ੍ਹ ਵਾਰਡਨ ਹੋ ਗਿਆ, ਉਹਦੇ ਵਿੱਚ ਤੁਹਾਨੂੰ ਨਾ ਅਲੱਗ ਤੋਂ ਟੌਪਿਕ ਦੇਖਣ ਨੂੰ ਮਿਲਣਗੇ ਪੋਲਿਟੀ ਦੇ, ਕਿਉਂਕਿ ਪੋਲਿਟੀ ਉਹਦੇ ਵਿੱਚ ਉਹਨਾਂ ਨੇ 2-2 3-3 4-4 ਕੁਐਸਚਨ ਪੁੱਛੇ ਸੀ, ਬਟ ਇਹਦੇ ਵਿੱਚ ਪੋਲਿਟੀ ਥੋੜ੍ਹੀ ਜਿਹੀ ਘੱਟ ਆਈ ਹੋਈ ਆ ਕਲਰਕ ਦੇ ਵਿੱਚ। ਇਹਦੇ 'ਚ ਸਟੈਟਿਕ ਜੀਕੇ, ਮਾਡਰਨ ਹਿਸਟਰੀ ਤੇ ਪੰਜਾਬ ਜੀਕੇ ਇਹਨਾਂ ਨੇ ਵੱਧ ਪਾਈ ਹੋਈ ਆ, ਠੀਕ ਆ ਜੀ। ਸੋ ਉਸ ਹਿਸਾਬ ਨਾਲ ਪੇਪਰ ਪਰ ਆਪਾਂ ਨੂੰ ਕਰਨਾ ਸਾਰਾ ਪੈਣਾ, ਇਹਨਾਂ ਦਾ ਕੁਛ ਨਹੀਂ ਪਤਾ। ਮੈਂ ਤੁਹਾਨੂੰ ਪਹਿਲਾਂ ਕਿਹਾ ਨਾ, ਇੱਕ ਪੇਪਰ ਦੇ ਵਿੱਚ ਇਹ ਪੋਲਿਟੀ ਪਾ ਕੇ, ਮਾਡਰਨ ਹਿਸਟਰੀ ਪਾ ਕੇ, ਸਟੈਟਿਕ ਜੀਕੇ ਪਾ ਦਿੰਦੇ ਨੇ। ਇੱਕ ਪੇਪਰ ਦੇ ਵਿੱਚ ਇਹ ਇਕੱਲੀ ਸਟੈਟਿਕ ਜੀਕੇ ਪਾ ਕੇ ਨਾਲ ਮਾਡਰਨ ਪੋਲਿਟੀ ਘੱਟ ਪਾਉਂਦੇ ਨੇ, ਮਾਡਰਨ ਹਿਸਟਰੀ ਪਾ ਦਿੰਦੇ ਨੇ, ਤੇ ਪੰਜਾਬ ਜੀਕੇ ਤਾਂ ਇਹਨਾਂ ਨੇ ਪਾਉਣੀ ਆ ਹਰੇਕ 'ਚ। ਸੋ ਆਪਾਂ ਥੋੜ੍ਹਾ ਜਿਹਾ ਸਮਾਰਟਲੀ ਵਰਕ ਕਰਨਾ, ਬਟ ਆਪਾਂ ਸਾਰਾ ਉਹ ਹੈਗਾ ਜਿਹੜਾ ਆਪਾਂ ਨੂੰ ਪਤਾ ਕਿ ਇਹ ਘੁਮਾ ਕੇ ਕਿਸੇ ਵੀ ਪੇਪਰ 'ਚ ਪੁੱਛ ਸਕਦੇ ਨੇ। ਇਹਨਾਂ ਦੇ ਵਿੱਚੋਂ ਕਿਹੜਾ ਵਾ ਜਿੱਥੇ ਕਿ ਡੌਂਕਿਸ ਦੀ ਆਪਣੀ ਪੂਜਾ ਕੀਤੀ ਜਾਂਦੀ ਆ, ਠੀਕ ਆ, ਦੱਸੋ ਜੀ। ਜਰਗ ਦਾ ਮੇਲਾ, ਰੋਸ਼ਨੀ ਮੇਲਾ, ਕੁਰਾਲੀ ਮੇਲਾ, ਕੋਈ ਵੀ ਨਹੀਂ। ਸੋ ਇਹ ਆਪਣੀ ਕਲਾਸ ਪੰਜਾਬ ਜੀਕੇ ਦੇ ਵਿੱਚ ਕਵਰ ਹੋ ਜਾਏਗੀ ਇਹ ਵਾਲਾ ਕੁਐਸਚਨ। ਜਰਗ ਦਾ ਮੇਲਾ ਬਿਲਕੁਲ ਸਹੀ ਆ ਜੀ, ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ। ਨੈਕਸਟ ਕੁਐਸਚਨ ਸਾਡਾ ਕਿਹੜਾ ਆ ਗਿਆ ਜੀ, ਇਹਨਾਂ ਦੇ ਵਿੱਚੋਂ ਕਿਹੜੀ ਸਿਟੀ ਆ ਜਿੱਥੇ ਕਿ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਸਥਿਤ ਹੈ, ਠੀਕ ਹੈ ਜੀ। ਸੋ ਇਹ ਆਪਣੇ ਜੋ ਪੰਜਾਬ ਦੇ ਪਾਵਰ ਪਲਾਂਟ ਹੋ ਗਏ ਜਾਂ ਆਪਣੇ ਇਹ ਹੋ ਗਏ, ਇਹ ਵੀ ਆਪਾਂ ਨੂੰ ਕਰਨੇ ਪੈਣੇ ਨੇ, ਠੀਕ ਹੈ ਜੀ। ਸੋ ਦੱਸਣਾ ਜੀ ਤੁਸੀਂ ਹੁਣ, 1 ਮਿੰਟ ਦੇਣਾ ਬਸ। ਲਓ ਜੀ, ਆ ਗਿਆ ਆਪਣਾ ਕੁਐਸਚਨ। ਦੱਸੋ ਜੀ ਕਿਹੜੀ ਸਿਟੀ ਦੇ ਵਿੱਚ ਆ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਸਿਚੁਏਟਡ ਆ ਜਿਹੜਾ। ਬਿਲਕੁਲ ਸਹੀ ਜੀ, ਬਠਿੰਡਾ ਆਪਣਾ ਸਹੀ ਆਨਸਰ ਹੋ ਜਾਏਗਾ। ਨੈਕਸਟ ਚੱਲਦੇ ਹਾਂ ਜੀ ਆਪਾਂ। ਇਹ ਵੀ ਹੋ ਗਿਆ ਆਪਣਾ ਜੀ। ਤੋ ਨੈਕਸਟ ਕੁਐਸਚਨ ਆਪਣਾ ਆ ਗਿਆ ਜੀ ਸਾਡਾ, 1 ਮਿੰਟ ਦੇਣਾ ਬਸ। ਲਓ ਜੀ, ਆਹ ਕੁਐਸਚਨ ਆਪਣਾ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਜੇਕਰ ਤੁਸੀਂ ਮਾਡਰਨ ਹਿਸਟਰੀ ਦੀ ਕਲਾਸ ਦੇਖੀ ਆ ਆਪਣੀ। ਇਹਨਾਂ ਵਿੱਚੋਂ ਕਿਸ ਨੇ ਫਾਰਵਰਡ ਬਲਾਕ ਨਾਮ ਦੀ ਪਾਰਟੀ ਬਣਾਈ? ਸਰਦਾਰ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਸੁਭਾਸ਼ ਚੰਦਰ ਬੋਸ ਤੇ ਮਦਨ ਮੋਹਨ ਮਾਲਵੀਆ। ਦੱਸੋ ਜੀ, ਬਹੁਤ ਸੌਖਾ ਕੁਐਸਚਨ ਆ, ਠੀਕ ਹੈ ਜੀ। ਸੁਭਾਸ਼ ਚੰਦਰ ਬੋਸ ਨੇ ਬਣਾਈ ਸੀਗੀ। ਇਹ ਕਦੋਂ ਬਣਾਈ ਸੀ? 1939 ਦੇ ਵਿੱਚ। ਉਸ ਟਾਈਮ ਦੇ ਉੱਤੇ ਨਾ ਜਦੋਂ ਆਪਣੇ ਕਾਂਗਰਸ ਤੋਂ ਇਹ ਵੱਖ ਹੋ ਗਏ ਸੀ, ਇਹਨਾਂ ਦਾ ਮਤਭੇਦ ਹੋ ਗਿਆ ਸੀ, ਉਸ ਤੋਂ ਬਾਅਦ ਇਹਨਾਂ ਨੇ ਪਾਰਟੀ ਬਣਾਈ ਸੀ ਆਪਦੀ ਫਾਰਵਰਡ ਬਲਾਕ, ਠੀਕ ਹੈ ਜੀ। ਸੋ 1939 ਦੇ। ਕਈ ਵਾਰ ਇਹਦੀ ਈਅਰ ਪੁੱਛੂਗਾ ਤੁਹਾਨੂੰ, ਠੀਕ ਹੈ ਜੀ, ਇਸ ਲਈ ਮੈਂ ਈਅਰ ਨਾਲ ਲਿਖਿਆ। ਤੁਸੀਂ ਆਪਣਾ ਲੈਕਚਰ ਦੇਖੋ ਸੁਭਾਸ਼ ਚੰਦਰ ਬੋਸ ਵਾਲਾ, ਉਹਦੇ ਵਿੱਚ ਕਵਰ ਹੋ ਜਾਊਗਾ। ਪਹਿਲੀ ਏਅਰ ਆ ਜੀ ਕਰੰਟ ਅਫੇਅਰ ਦਾ ਕੁਐਸਚਨ ਆ, ਮੋਸਟ ਇੰਪੋਰਟੈਂਟ ਕੁਐਸਚਨ ਰਿਹਾ ਵਾ 2021 'ਚ, ਜਨਵਰੀ 2021 ਦੀ ਗੱਲ ਆ ਇਹ। ਪਹਿਲੀ ਏਅਰ ਟੈਕਸੀ ਸਰਵਿਸ ਚੰਡੀਗੜ੍ਹ ਤੋਂ ਕਿੱਥੋਂ ਤੱਕ ਚੱਲੀ ਆ ਜੀ? ਦੱਸੋ ਜੀ। ਅੰਮ੍ਰਿਤਸਰ, ਦਿੱਲੀ, ਹਿਸਾਰ, ਕਰਨਾਲ। ਸੋ ਮੈਂ ਤੁਹਾਨੂੰ ਦੱਸਦਾ, ਹਿਸਾਰ ਤੱਕ ਚੱਲੀ ਆ, ਜਨਵਰੀ 2021 ਦੇ ਵਿੱਚ ਚੱਲੀ ਸੀਗੀ ਇਹ। ਤੇ ਇਹ ਹਿਸਾਰ ਆਪਣਾ ਕਿੱਥੇ ਪੈਂਦਾ? ਹਰਿਆਣੇ ਦੇ ਵਿੱਚ, ਠੀਕ ਹੈ ਜੀ। ਜਨਵਰੀ 2021 'ਚ ਹੋਈ ਸੀ ਇਹ। ਸੋ ਅਜੇ ਤੱਕ ਆਪਾਂ ਨੂੰ ਕਿੰਨੇ ਕੁਐਸਚਨ ਦੇਖਣ ਨੂੰ ਮਿਲਿਆ ਕਰੰਟ ਅਫੇਅਰ 'ਚੋਂ? ਇੱਕ ਹੀ ਦੇਖਣ ਨੂੰ ਮਿਲਿਆ ਨਾ ਅਜੇ ਤੱਕ। ਹੋ ਸਕਦਾ ਅੱਗੇ ਦੇਖਦੇ ਆਪਾਂ 1-2 ਹੋਰ ਹੋਣਗੇ ਸ਼ਾਇਦ। ਸੋ ਕਰੰਟ ਅਫੇਅਰ ਆਪਾਂ ਉਨਾ ਕੀ ਕਰਨਾ ਜਿੰਨਾ ਕਿ PSSB ਵੀ ਪੁੱਛਦਾ ਵਾ, ਠੀਕ ਆ। ਸੋ ਜ਼ਿਆਦਾ ਆਪਾਂ ਬੈਠੇ, ਆਪਾਂ ਇੱਕ ਦਿਨ ਦੇ ਵਿੱਚ 1 ਘੰਟਾ ਆਪਾਂ PSSB ਦਾ ਆਪਾਂ ਪੇਪਰ ਦੇਣਾ ਵਾ, ਤੇ ਆਪਾਂ ਬੈਠੇ 1-1.5 ਘੰਟਾ ਆਪਾਂ ਬੈਠੇ ਕਰੰਟ ਅਫੇਅਰ ਕਰੀ ਜਾਂਦੇ ਆ, ਠੀਕ ਆ। ਉਹ ਵੀ ਥੋੜ੍ਹਾ ਜਿਹਾ ਠੀਕ ਨਹੀਂ ਰਹਿੰਦਾ। ਹਫ਼ਤੇ 'ਚ 1 ਦਿਨ ਤੁਸੀਂ ਕਰ ਲਓ, 7 ਦਿਨ ਦਾ ਇਕੱਠਾ ਕਰ ਲਓ, ਠੀਕ ਹੈ ਜੀ। ਇੱਦਾਂ ਨਹੀਂ ਮੈਂ ਕਹਿੰਦਾ ਕਿ ਕਰਨਾ ਨਹੀਂ ਗਾ, ਕਰਨਾ ਵਾ ਆਪਾਂ, ਛੱਡਣਾ ਨਹੀਂ ਗਾ। ਜੇ 3 ਕੁਐਸਚਨ ਵੀ ਪਾਉਂਦੇ ਨੇ, 4 ਵੀ ਪਾਉਂਦੇ ਨੇ, ਬਹੁਤ ਇੰਪੋਰਟੈਂਟ ਨੇ। ਪਰ ਇੱਦਾਂ ਨਹੀਂ ਕਿ ਤੁਸੀਂ 1 ਦਿਨ ਦੇ ਵਿੱਚ 1 ਘੰਟਾ ਕਰੰਟ ਅਫੇਅਰ ਦੀ ਕਲਾਸ ਦੇਖਣੀ ਤੁਹਾਨੂੰ ਜ਼ਰੂਰੀ ਆ, ਠੀਕ ਹੈ ਜੀ। ਸੋ PPSC ਲਈ ਤਾਂ ਤੁਸੀਂ ਦੇਖਣਾ ਹੀ ਦੇਖਣਾ, ਡੇਲੀ ਬੇਸਿਸ 'ਤੇ ਦੇਖਣਾ PPSC ਦਾ ਪੇਪਰ ਦੇਣਾ। ਬਟ PSSB ਦੇ ਅਕੋਰਡਿੰਗ ਟੂ ਪ੍ਰੀਵੀਅਸ ਈਅਰ ਪੇਪਰ ਦੀ ਮੈਂ ਗੱਲ ਕਰਦਾ ਵਾਂ, ਕਰੰਟ ਅਫੇਅਰ ਜਿੰਨਾ ਕੁ 2021 'ਚ ਪੁੱਛ ਰਿਹਾ, ਜ਼ਿਆਦਾ ਟਾਈਮ ਜੇ ਤੁਸੀਂ ਕਰੰਟ ਅਫੇਅਰ ਨੂੰ ਦਿਓਗੇ ਤਾਂ ਤੁਸੀਂ ਆਪਦੇ ਬਾਕੀ ਸਬਜੈਕਟ ਦਾ ਬਹੁਤ ਨੁਕਸਾਨ ਕਰ ਰਹੇ ਹੋ। ਉਹੀ ਤੁਸੀਂ, ਤੁਹਾਨੂੰ ਪਤਾ ਕਿ 20 ਨੰਬਰ ਦੀ ਪੰਜਾਬ GK ਉਹਨਾਂ ਨੇ ਪਾਉਣੀ ਆ, ਜਿਹਦੇ ਵਿੱਚ ਜੇ ਮੈਂ ਕਵਰ ਕਰ ਲਈ ਤਾਂ 20 ਦੇ ਵਿੱਚੋਂ ਮੈਂ 17-18 ਨੰਬਰ ਆਰਾਮ ਨਾਲ ਲੈ ਸਕਦਾ ਵਾਂ, ਠੀਕ ਆ। ਸੋ ਤੁਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਸਮਾਰਟਲੀ ਵਰਕ ਕਰਨਾ ਵਾ। ਇਨ ਵਿਚ ਆਫ ਦਾ ਫੋਲੋਇੰਗ ਟਾਊਨ, ਹੇਠ ਲਿਖਿਆਂ ਵਿੱਚੋਂ ਕਿਸ ਨਗਰ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਾਉਲੀ ਬਣਵਾਈ ਸੀ? ਠੀਕ ਹੈ ਜੀ। ਸਿਆਲਕੋਟ, ਲਾਹੌਰ, ਮੁਲਤਾਨ ਜਾਂ ਅੰਮ੍ਰਿਤਸਰ। ਬਿਲਕੁਲ ਸਹੀ ਜੀ, ਇਹ ਆਪਣਾ ਲਾਹੌਰ ਆਨਸਰ ਬਿਲਕੁਲ ਸਹੀ ਬਣ ਜਾਏਗਾ, ਠੀਕ ਹੈ ਜੀ। ਸੋ ਇਹ ਤੁਸੀਂ ਆਪਣਾ ਕਰ ਲੈਣਾ ਵਾ। ਨੈਕਸਟ ਆ ਗਿਆ ਜੀ ਕੁਐਸਚਨ ਸਾਡਾ, ਵਿਚ ਆਫ ਦਾ ਫੋਲੋਇੰਗ ਰੀਜ਼ਨ, ਇਹਨਾਂ 'ਚੋਂ ਕਿਹੜਾ ਖੇਤਰ ਆ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿੱਚ ਨਹੀਂ ਆਉਂਦਾ? ਇਹ ਵੀ ਮੈਂ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਕਰਵਾਇਆ ਹੋਇਆ ਵਾ। ਸੋ ਤੁਸੀਂ ਇਹਦੇ ਵਿੱਚ ਵੀ ਕੋਈ ਵੀ ਬਿਲਕੁਲ ਵੀ ਕਨਫਿਊਜ਼ਨ ਕ੍ਰੀਏਟ ਨਹੀਂ ਕਰਨੀ, ਠੀਕ ਹੈ ਜੀ। ਮਾਝਾ ਨਹੀਂ ਪੁੱਛਿਆ ਉਹਨਾਂ ਨੇ, ਠੀਕ ਹੈ ਜੀ। ਮਾਲਵਾ ਨਹੀਂ ਆਉਂਦਾ, ਜਾਂ ਦੁਆਬਾ ਨਹੀਂ ਆਉਂਦਾ, ਜਾਂ ਪੋਠੋਹਾਰ ਨਹੀਂ ਆਉਂਦਾ। ਬਿਲਕੁਲ ਸਹੀ ਆ। ਮਾਲਵਾ ਇੱਕ ਇਹੋ ਜਿਹਾ ਏਰੀਆ ਵਾ ਜਿਹੜਾ ਕਿ ਰਾਵੀ ਤੇ ਬਿਆਸ ਦੇ ਵਿੱਚ ਨਹੀਂ ਆਉਂਦਾ। ਇਹ ਤਿੰਨੇ ਆਪਣੇ ਆਉਂਦੇ ਨੇ, ਠੀਕ ਹੈ ਜੀ, ਏਰੀਏ। ਸੋ ਇਹਦੀ ਆਪਣੀ ਕਲਾਸ ਦੇਖ ਲਓ, ਤੁਹਾਡਾ ਕਵਰ ਹੋ ਜਾਏਗਾ, ਠੀਕ ਹੈ। 1 ਨੰਬਰ ਕਲਾਸ ਆਪਣੀ ਪੰਜਾਬ ਦਾ ਭੂਗੋਲ।
ਭਾਰਤੀ ਕ੍ਰਾਂਤੀਕਾਰੀ ਰਾਜਗੁਰੂ ਭਾਰਤ ਦੇ ਕਿਹੜੇ ਰਾਜ ਤੋਂ ਸਨ? ਦੇਖੋ ਜੀ ਹੁਣ ਨਾ ਕੁਐਸਚਨ ਥੋੜੇ ਜੇ ਤੁਹਾਨੂੰ ਇਸ ਤਰ੍ਹਾਂ ਪੁੱਛ ਰਹੇ ਨੇ ਉਹ। ਸੋ ਇਹ ਜਿਹੜੇ ਆਪਣੇ ਕ੍ਰਾਂਤੀਕਾਰੀਆਂ ਦੇ ਇੱਕ ਕਲਾਸ ਆਪਣੀ ਪੰਜਾਬ ਜੀਕੇ ਦੇ ਵਿੱਚ ਕਵਰ ਹੋਏਗੀ। ਥੋੜੀ ਜਿਹੀ ਕਵਰ ਆਪਾਂ ਕਰਤੀ ਹੋਈ ਆ ਕ੍ਰਾਂਤੀਕਾਰੀਆਂ ਦੇ ਉੱਤੇ, ਆਪਾਂ ਕਲਾਸ ਮਾਡਰਨ ਹਿਸਟਰੀ ਦੇ ਵਿੱਚ ਵੀ ਕਵਰ ਕੀਤੀ ਆ। ਬਟ ਜਦੋਂ ਆਪਾਂ ਪੰਜਾਬ ਜੀਕੇ ਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਪੂਰੀ ਡਿਟੇਲ ਦੇ ਵਿੱਚ ਕਰਾਂਗੇ, ਆਪਾਂ ਪੂਰੀ ਡਿਟੇਲ ਦੇ ਵਿੱਚ ਪੰਜਾਬ ਜੀਕੇ 'ਚ ਜਿਹੜੇ ਪੰਜਾਬ ਦੇ ਕ੍ਰਾਂਤੀਕਾਰੀ ਆ, ਕਿ ਆਪਣਾ ਇੱਕ ਵੀ ਚੀਜ਼ ਆਪਣੀ ਬਾਹਰੋਂ ਨਾ ਆਵੇ। ਠੀਕ ਆ, ਪੰਜਾਬ ਤੋਂ ਸੀ, ਉੱਤਰ ਪ੍ਰਦੇਸ਼ ਤੋਂ ਸੀ, ਮਹਾਰਾਸ਼ਟਰ ਤੋਂ ਸੀ, ਜਾਂ ਆਪਣੇ ਮੱਧ ਪ੍ਰਦੇਸ਼ ਤੋਂ ਸੀਗਾ? ਦੱਸੋ ਜੀ। ਬਿਲਕੁਲ ਸਹੀ ਜੀ, ਇਹ ਜਿਹੜੇ ਕ੍ਰਾਂਤੀਕਾਰੀ ਸੀ ਨਾ ਮਹਾਰਾਸ਼ਟਰ ਤੋਂ ਸੀਗੇ ਰਾਜਗੁਰੂ। ਸੋ ਇਹਦੇ ਉੱਤੇ ਨਾ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਫੈਕਟ ਦੱਸਦਾ ਵਾਂ, ਇੱਥੇ ਜਗ੍ਹਾ ਆਪਣੀ ਹੋਏਗੀ, ਸੋ ਇੱਥੇ ਆਪਾਂ ਕਵਰ ਕਰ ਦਿੰਦੇ ਹਾਂ। ਠੀਕ ਆ ਜੀ, ਸੋ ਤੁਸੀਂ ਅਗਰ ਤੁਹਾਡੇ ਕੋਲ ਕਾਪੀ ਹੈਗੀ ਆ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਉਹਦੇ ਉੱਤੇ ਲਿਖ ਲਓ। ਠੀਕ ਆ ਜੀ, ਹੁਣ ਜੀ ਰਾਜਗੁਰੂ ਦਾ ਜਨਮ ਕਦੋਂ ਹੋਇਆ ਸੀ ਜੀ? ਰਾਜਗੁਰੂ ਦਾ ਜਨਮ ਹੋਇਆ ਸੀ ਜੀ 1908 ਈਸਵੀ 'ਚ। 1908 ਈਸਵੀ 'ਚ ਇਹਨਾਂ ਦਾ ਜਨਮ ਹੋਇਆ ਸੀ। ਸੋ ਇਹ ਆਪਾਂ ਕਰ ਚੁੱਕੇ ਹਾਂ। ਭਗਤ ਸਿੰਘ ਦਾ ਜਨਮ ਕਦੋਂ ਹੋਇਆ ਸੀ? ਭਗਤ ਸਿੰਘ ਦਾ ਜਨਮ ਹੋਇਆ ਸੀ ਜੀ 28 ਸਤੰਬਰ 1907 ਨੂੰ ਭਗਤ ਸਿੰਘ ਦਾ ਜਨਮ ਹੋਇਆ ਸੀ। ਸੋ ਫਾਂਸੀ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 23 ਮਾਰਚ 1931 ਨੂੰ ਹੋਈ ਸੀ। ਹੁਣ ਸੁਖਦੇਵ ਦੀ ਗੱਲ ਕਰਾਂ, ਇਹ ਸੀਗੇ ਆਪਣੇ ਭਗਤ ਸਿੰਘ। ਠੀਕ ਆ ਜੀ, ਇਹ ਤੁਸੀਂ ਨੋਟ ਕਰ ਲਿਆ ਹੋਊਗਾ। 28 ਸਤੰਬਰ 1907 ਨੂੰ ਭਗਤ ਸਿੰਘ ਦਾ ਜਨਮ ਹੋਇਆ ਸੀ। ਕਿੱਥੇ ਹੋਇਆ ਸੀ? ਬੰਗਾ 'ਚ ਹੋਇਆ ਸੀਗਾ ਜੀ, ਪਾਕਿਸਤਾਨ ਦੇ ਵਿੱਚ। ਤੇ ਨੈਕਸਟ ਆ ਗਿਆ ਜੀ ਸਾਡਾ ਸੁਖਦੇਵ ਦੀ ਅਗਰ ਆਪਾਂ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਇਹਨਾਂ ਦਾ, ਪੰਜਾਬ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਸੁਖਦੇਵ ਦਾ। ਠੀਕ ਆ ਜੀ, ਇਹਨਾਂ ਦਾ ਜਨਮ ਹੋਇਆ ਕਦੋਂ ਸੀਗਾ? 15 ਮਈ ਨੂੰ ਹੋਇਆ ਸੀ। ਠੀਕ ਆ ਜੀ, 15 ਮਈ ਇਹਨਾਂ ਦਾ ਜਨਮ ਵੀ ਜਦੋਂ ਆਪਣਾ ਭਗਤ ਸਿੰਘ। ਸੋ ਇਹ ਇੱਕੋ ਹਮ ਉਮਰ ਹੀ ਸੀਗੇ ਉਸ ਟਾਈਮ ਦੇ ਉੱਤੇ। ਠੀਕ ਆ, 15 ਮਈ 1907 ਨੂੰ ਆਪਣਾ ਰਾਜਗੁਰੂ ਦਾ ਮੈਂ ਤੁਹਾਨੂੰ ਦੱਸ ਦਿੱਤਾ ਹੋਇਆ ਵਾ। ਠੀਕ ਆ ਜੀ, 24 ਅਗਸਤ ਤੇ ਨਾਲ ਆ ਗਿਆ ਤੁਹਾਡਾ 1908। ਠੀਕ ਆ, ਇਹਨਾਂ ਦਾ 1908 'ਚ ਹੋਇਆ ਸੀ, ਦੂਜੇ ਦੋਨਾਂ ਦਾ 1907 ਦੇ ਵਿੱਚ ਹੋਇਆ ਸੀ। ਸੋ ਤੁਸੀਂ ਇਹ ਕਰ ਲੈਣਾ, ਕਿਉਂਕਿ ਪੇਪਰ ਦੇ ਵਿੱਚ ਹੁਣ ਇਹ ਇੱਦਾਂ ਦੇ ਕੁਐਸਚਨ ਵੀ ਪੁੱਛ ਲੈਂਦੇ ਨੇ। ਭਗਤ ਪੂਰਨ ਸਿੰਘ ਜੀ, ਜਿਨ੍ਹਾਂ ਨੇ ਐਸਟੈਬਲਿਸ਼ ਕੀਤਾ ਸੀ ਪਿੰਗਲਵਾੜੇ ਦੀ ਸਥਾਪਨਾ ਕੀਤੀ ਸੀ। ਠੀਕ ਆ ਜੀ, ਭਗਤ ਪੂਰਨ ਸਿੰਘ ਨੇ ਉਹ ਕਿਹੜੇ ਸਾਲ 'ਚ ਅਕਾਲ ਚਲਾਣਾ ਕਰ ਗਏ ਸੀ? ਦੇਖੋ ਜੀ, ਇਹ ਕੁਐਸਚਨ ਥੋੜਾ ਜਿਹਾ ਉਹਨਾਂ ਨੇ ਇਸ ਤਰ੍ਹਾਂ ਦਾ ਪੁੱਛਿਆ ਹੋਇਆ ਵਾ ਕਿ ਜਿਹੜਾ ਪ੍ਰੀਵੀਅਸ ਈਅਰ ਆਪਾਂ ਨਹੀਂ ਕਹਿ ਸਕਦੇ। ਪ੍ਰੀਵੀਅਸ ਈਅਰ ਵੈਸੇ ਮੇਰੇ ਹਿਸਾਬ ਦੇ ਨਾਲ ਮੈਂ ਦੇਖਿਆ ਨਹੀਂ ਅਜੇ ਤੱਕ, ਹੋ ਸਕਦਾ ਆਇਆ ਹੋਵੇ ਕਿਸੇ ਪੇਪਰ ਦੇ ਵਿੱਚ ਪਹਿਲਾਂ, ਪਰ ਇਦਾਂ ਦਾ ਕੁਐਸਚਨ ਇਹ ਮੈਨੂੰ ਪਹਿਲੀ ਵਾਰ ਦੇਖਣ ਨੂੰ ਮਿਲਿਆ। ਕਿਉਂਕਿ ਅਜੇ ਤੱਕ ਕੁਐਸਚਨ ਕੀ ਪੁੱਛਦੇ ਹੁੰਦੇ ਨੇ ਉਹ, ਕਿ ਕਿਸ ਨੂੰ ਬੀਅਰਡ ਮਦਰ ਟਰੇਸਾ ਕਿਹਾ ਜਾਂਦਾ ਵਾ। ਸੋ ਉਹਦੇ ਵਿੱਚ ਕੁਐਸਚਨ ਇਹਨਾਂ ਦੇ ਉੱਤੇ ਕੀ ਕੁਐਸਚਨ ਬਣਦਾ ਹੁੰਦਾ? ਸੋ ਭਗਤ ਪੂਰਨ ਸਿੰਘ ਨੂੰ ਬੀਅਰਡ ਮਦਰ ਟਰੇਸਾ ਕਿਹਾ ਜਾਂਦਾ ਵਾ। ਠੀਕ ਹੈ, ਇਹ ਵੀ ਤੁਸੀਂ ਨੋਟ ਕਰ ਲਓ। ਬੀਅਰਡ, ਜਿਹੜੇ ਬੱਚੇ ਨਵੇਂ ਨੇ ਉਹ ਕਰ ਲਓ, ਬੀਅਰਡ ਮਦਰ ਟਰੇਸਾ। ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ, ਬਹੁਤ ਵਾਰ ਪੰਜਾਬ ਦੇ ਪੇਪਰਾਂ ਦੇ ਵਿੱਚ ਇਹ ਰਿਪੀਟ ਹੋਇਆ ਵਾ। ਠੀਕ ਆ, ਹੁਣ ਇਹਨਾਂ ਨੇ ਪੁੱਛ ਲਿਆ ਹੋਇਆ ਜੀ ਆਪਣਾ ਦੂਸਰਾ, ਇਹਨਾਂ ਦਾ ਉਹ ਪੁੱਛ ਲਿਆ 1992 ਦੇ ਵਿੱਚ ਇਹ ਅਕਾਲ ਚਲਾਣਾ ਕਰ ਗਏ ਸੀਗੇ। ਠੀਕ ਆ, ਡੈਥ ਹੋ ਗਈ ਸੀ ਇਹਨਾਂ ਦੀ। ਸੋ ਇਹਨਾਂ ਦਾ ਜਨਮ ਕਦੋਂ ਹੋਇਆ ਸੀ? ਇਹਨਾਂ ਦਾ ਜਨਮ ਹੋਇਆ ਸੀ ਜੀ ਆਪਣਾ 1904 ਈਸਵੀ ਦੇ ਵਿੱਚ। ਠੀਕ ਆ ਜੀ, ਸੋ ਇਹ ਵੀ ਹੋ ਗਿਆ ਹੋਇਆ ਜੀ ਆਪਣਾ। ਨੈਕਸਟ ਆਪਾਂ ਕਰ ਰਹੇ ਹਾਂ ਜੀ ਹੁਣ, ਇਹ ਆਪਣਾ ਕੰਪਿਊਟਰ ਦਾ ਕੁਐਸਚਨ ਹੈਗਾ। ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਵੀ ਪਿਛਲੀ ਕਲਾਸ ਦੇ ਵਿੱਚ ਇੱਕ ਕੁਐਸਚਨ ਆਇਆ ਸੀਗਾ, ਸ਼ਾਇਦ ਅਸਿਸਟੈਂਟ ਜੇਲ੍ਹ ਸੁਪਰੀਡੈਂਟ ਦੇ ਵਿੱਚ ਆਇਆ ਸੀ। ਮੈਂ ਤੁਹਾਨੂੰ ਕਰਵਾ ਚੁੱਕਿਆ ਵਾਂ ਕਿ ਇੱਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਠੀਕ ਆ ਜੀ, ਹੂ ਅਮੰਗ ਦਾ ਫੋਲੋਇੰਗ ਵਾਸ ਦਾ ਫਸਟ ਚੀਫ ਮਿਨਿਸਟਰ ਆਫ ਪੈਪਸੂ। ਪੈਪਸੂ ਦਾ ਪੁੱਛ ਲਿਆ ਉਹਨਾਂ ਨੇ। ਪੈਪਸੂ ਬਹੁਤ ਇੰਪੋਰਟੈਂਟ ਆ, ਇਹਦੀ ਇਹ ਕਲਾਸ ਆਪਣੀ ਆਉਣ ਵਾਲੀ ਆ। ਠੀਕ ਆ ਜੀ, ਸੋ 1928 ਤੱਕ ਹਜੇ ਆਪਾਂ ਕੀਤਾ ਸੀ, ਅਜੇ ਆਪਾਂ ਆਏ ਨਹੀਂ। 1947-48 ਤੋਂ ਬਾਅਦ ਆਪਣਾ ਸ਼ੁਰੂ ਹੋ ਜਾਏਗਾ ਇਹ ਚੈਪਟਰ। ਇਹ ਚੈਪਟਰ ਆਪਾਂ ਪੂਰੀ ਇੱਕ ਕਲਾਸ 'ਚ ਕਰਾਂਗੇ, ਬਹੁਤ ਇੰਪੋਰਟੈਂਟ ਚੈਪਟਰ ਬਣਦਾ ਵਾ। ਥੋੜਾ ਜਿਹਾ ਮੈਂ ਤੁਹਾਨੂੰ ਐਕਸਪਲੇਨ ਇਹਦੇ ਵਿੱਚ ਕਲਾਸ 'ਚ ਕਰ ਦੇਵਾਂਗਾ। ਠੀਕ ਆ, ਚੀਫ ਮਿਨਿਸਟਰ ਪੁੱਛਿਆ ਉਹਨਾਂ ਨੇ ਪਹਿਲਾ ਪੈਪਸੂ ਦਾ। ਸਹੀ ਗੱਲ ਆ ਜੀ, ਇਹ ਆਪਣਾ ਗਿਆਨ ਸਿੰਘ ਰਾੜੇਵਾਲੀਆ ਸੀਗੇ ਇਹ। ਠੀਕ ਆ ਜੀ, ਇਹ ਆਪਣੇ ਚੀਫ ਨੇ। ਹੁਣ ਇਹਦੇ ਉੱਤੇ ਨਾ ਥੋੜਾ ਜਿਹਾ ਡੀਪਲੀ ਮੈਂ ਤੁਹਾਨੂੰ ਐਕਸਪਲੇਨ ਕਰ ਰਿਹਾ ਵਾਂ, ਤੁਸੀਂ ਇਹਨੂੰ ਨੋਟ ਕਰਨਾ ਵਾ ਆਪਦੀ ਕਾਪੀ ਦੇ ਉੱਤੇ। ਦੇਖੋ ਜੀ, ਪੈਪਸੂ ਇੱਕ ਇੱਦਾਂ ਦਾ ਸੀ, ਜਦੋਂ ਆਪਣੀ ਆਜ਼ਾਦ ਹੋ ਗਿਆ ਸੀ ਨਾ, ਆਪਣਾ ਭਾਰਤ ਆਜ਼ਾਦ ਹੋ ਗਿਆ, ਪੰਜਾਬ ਦੀਆਂ ਜਿਹੜੀਆਂ ਕੁਛ ਸਟੇਟਸ ਸੀਗੀਆਂ ਜਿਹਨੂੰ ਮਿਲਾ ਕੇ, ਠੀਕ ਆ ਜੀ, ਕੁਛ ਰਾਜਾਂ ਮਿਲਾ ਕੇ ਤੇ ਜ਼ਿਲ੍ਹਿਆਂ ਨੂੰ ਮਿਲਾ ਕੇ ਤਾਂ ਇੱਕ ਅਲੱਗ ਤੋਂ ਸਟੇਟ ਬਣਾਈ ਸੀ ਜਿਹਨੂੰ ਆਪਾਂ ਪੈਪਸੂ ਕਹਿ ਦਿੰਦੇ ਹਾਂ। ਠੀਕ ਆ, ਹੁਣ ਇਹਦੇ ਵਿੱਚ ਨਾ 8 ਸਟੇਟਾਂ ਸੀ। ਪੇਪਰ 'ਚ ਡਾਇਰੈਕਟ ਕੋਆਪਰੇਟਿਵ ਬੈਂਕ ਦੇ ਵਿੱਚ ਵੀ ਇਹ ਕੁਐਸਚਨ ਆਇਆ ਸੀ, ਕਿੰਨੀਆਂ ਸਟੇਟਾਂ ਨੂੰ ਮਿਲਾ ਕੇ ਪੈਪਸੂ ਰਾਜ ਦੀ ਸਥਾਪਨਾ ਹੋਈ ਸੀ? 8। ਕਈ ਵਾਰ ਪੇਪਰ ਦੇ ਵਿੱਚ ਤੁਹਾਨੂੰ ਉਹ ਕੀ ਕਰਦਾ ਜੀ, ਪੇਪਰ ਦੇ ਵਿੱਚ ਤੁਹਾਨੂੰ ਪੁੱਛੂਗਾ ਜੀ ਕਦੋਂ ਕੀਤੀ ਸੀ ਇਹਨਾਂ ਨੇ? ਇਹ 1948 ਦੇ ਵਿੱਚ ਕੀਤੀ ਸੀ। ਇਹ ਵੀ ਤੁਸੀਂ ਯਾਦ ਕਰਨਾ। ਸੋ ਇਹ ਮੈਂ ਤੁਹਾਨੂੰ ਕਰਾਤਾ, ਗਿਆਨ ਸਿੰਘ ਰਾੜੇਵਾਲੀਆ ਦੇ ਪਹਿਲੇ ਚੀਫ ਮਿਨਿਸਟਰ ਸੀ, ਜਿਹੜੀ ਇੱਕ ਅਲੱਗ ਸਟੇਟ ਬਣਾਈ ਸੀ। 8 ਸਟੇਟਾਂ ਕਿਹੜੀਆਂ ਸੀ ਜੀ? ਪਟਿਆਲਾ, ਜਿਹੜੇ ਪਹਿਲਾਂ ਤੋਂ ਕਰਦੇ ਨੇ ਇਹਨਾਂ ਨੂੰ ਤਾਂ ਪਟਿਆਲਾ, ਜਿੰਦ, ਨਾਭਾ। ਠੀਕ ਆ ਜੀ, ਨਾਭਾ, ਕਪੂਰਥਲਾ ਹੋ ਗਿਆ ਆਪਣਾ, ਤੇ ਨੈਕਸਟ ਆ ਗਿਆ ਆਪਣਾ ਫਰੀਦਕੋਟ ਆਪਾਂ ਕੀਤਾ ਹੋਇਆ। ਠੀਕ ਆ ਜੀ, ਮਲੇਰਕੋਟਲਾ ਹੋ ਗਿਆ, ਨਾਲਾਗੜ੍ਹ ਹੋ ਗਿਆ ਤੇ ਕਲਸੀਆਂ ਹੋ ਗਿਆ। ਸੋ ਇਹ ਵਾਲੀਆਂ 8 ਨੇ। ਸੋ ਜਦੋਂ ਆਪਣੀ ਆਏਗੀ ਤਾਂ ਪੂਰੀ ਹੋ ਜਾਏਗੀ। ਸੋ ਇਹਦੇ ਵਿੱਚੋਂ ਵੀ ਕਈ ਵਾਰ ਪੁੱਛ ਜਾਣਗੇ ਇਹਨਾਂ ਦੇ ਵਿੱਚੋਂ ਕਿਹੜੀ ਸਟੇਟ ਆ ਜਿਹੜੀ ਕਿ ਇਹਦੇ ਨਾਲ ਤਾਲੁਕਾਤ ਨਹੀਂ ਰੱਖਦੀ ਆ। ਠੀਕ ਆ ਜੀ, ਸੋ ਇਹ ਕੁਐਸਚਨ ਵੀ ਪੇਪਰ 'ਚ ਹੁੰਦਾ। ਸੋ ਇਹਨੂੰ ਅਬੋਲਿਸ਼ ਕਦੋਂ ਕਰਤਾ ਸੀ, ਬਾਅਦ ਵਿੱਚ ਫਿਰ ਕਿੱਦਾਂ ਮਿਲਾ ਲਿਆ ਸੀਗਾ ਇਹਦੇ ਵਿੱਚ?
1956 ਈਸਵੀ ਦੇ ਵਿੱਚ ਇਹਨੂੰ ਅਬੋਲਿਸ਼ ਕਰਤਾ ਸੀਗਾ, ਠੀਕ ਹੈ, ਦੁਬਾਰਾ ਫਿਰ ਰਾਜ ਦੇ ਨਾਲ ਮਿਲਾਤਾ ਸੀ। ਪਹਿਲਾਂ ਇਹ ਇੱਕ ਅਲੱਗ ਸਟੇਟ ਬਣਾਤੀ ਸੀ ਇਹਨਾਂ ਨੇ 1948 ਚ ਪੈਪਸੂ, ਠੀਕ ਹੈ ਜੀ। 48 ਤੋਂ 56 ਤੱਕ ਰਹੀ ਸੀ। ਕਈ ਵਾਰ ਪੇਪਰ ਦੇ ਵਿੱਚ ਇਹ ਵੀ ਪੁੱਛ ਲੈਣਗੇ ਕਦੋਂ ਇਹਨੂੰ ਦੂਜੇ ਰਾਜ ਦੇ ਵਿੱਚ ਮਿਲਾ ਲਿਆ ਸੀ, ਤਾਂ ਇਹ ਹੋ ਜਾਏਗਾ। ਇਹਨਾਂ ਦੇ ਵਿੱਚੋਂ ਕਿਹਨੇ ਆਨੰਦਪੁਰ ਸਾਹਿਬ, ਕਹਿੰਦਾ ਜੀ ਪੰਜਾਬ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ? ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ? ਕੀਤਾ ਹੋਇਆ ਜੀ ਆਪਣਾ ਪੰਜਾਬ ਜੀਕੇ ਦੇ ਵਿੱਚ ਇਹ ਕੁਐਸਚਨ। ਬਿਲਕੁਲ ਸਹੀ ਜੀ, ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸਾਹਿਬ ਸਿਟੀ ਦੀ ਸਥਾਪਨਾ ਕੀਤੀ ਸੀ, ਠੀਕ ਹੈ ਜੀ। ਇਹਨਾਂ ਦੇ ਵਿੱਚ ਦੱਸੋ ਕਿਹੜੀ ਕੰਪੋਜੀਸ਼ਨ ਨਹੀਂ ਗਈ ਸੰਤ ਕਬੀਰ ਦੀ? ਸੰਤ ਕਬੀਰ ਦੀ ਰਚਨਾ ਕਿਹੜੀ ਨਹੀਂ? ਸੋ ਇਹ ਥੋੜਾ ਜਿਹਾ ਕੁਐਸਚਨ ਮੈਂ ਕਹਿ ਸਕਦਾ ਕਿ ਥੋੜਾ ਜਿਹਾ ਇਦਾਂ ਦਾ ਆਇਆ ਵਾ। ਸਾਖੀ ਗ੍ਰੰਥ, ਅਨੁਰਾਗ ਸਾਗਰ, ਬੀਜਕ ਤੇ ਵਿਰਾਗਿਆ ਸੰਦੀਪਨੀ। ਬਿਲਕੁਲ ਸਹੀ ਜੀ, ਇਹ ਇਹਨਾਂ ਦੀ ਰਚਨਾ ਨਹੀਂ ਗੀ, ਵਿਰਾਗਿਆ ਸੰਦੀਪਨੀ ਨਹੀਂ ਗੀ। ਅਨੁਰਾਗ ਸਾਗਰ ਵੀ ਇਹਨਾਂ ਨੇ ਲਿਖਿਆ, ਸਾਖੀ ਗ੍ਰੰਥ ਵੀ ਇਹਨਾਂ ਦੀ ਰਚਨਾ ਵਾ ਤੇ ਬੀਜਕ ਵੀ ਇਹਨਾਂ ਦੀ ਰਚਨਾ ਵਾ। 112ਵੇਂ ਤੇ ਆ ਗਏ ਜੀ ਹੁਣ ਆਪਾਂ। ਵਿਚ ਆਫ ਦਾ ਫੋਲੋਇੰਗ ਵਾਜ਼ ਦਾ ਕੈਪੀਟਲ ਆਫ ਪੰਜਾਬ? ਇਹਨਾਂ ਦੇ ਵਿੱਚੋਂ ਕਿਹੜਾ ਸ਼ਹਿਰ ਸੀ ਜਿਹੜਾ ਆਜ਼ਾਦੀ ਤੋਂ ਬਾਅਦ ਅਤੇ ਚੰਡੀਗੜ੍ਹ ਦੇ ਹੋਂਦ ਤੋਂ ਆਉਣ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਰਿਹਾ ਸੀ? ਸੋ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਦੱਸੋ ਜੀ। ਠੀਕ ਹੈ ਜੀ, ਹੁਣ ਤਾਂ ਆਪਾਂ ਨੂੰ ਪਤਾ ਵਾ ਕਿ ਚੰਡੀਗੜ੍ਹ ਆਪਣੀ ਰਾਜਧਾਨੀ ਆ ਪੰਜਾਬ ਦੀ। ਉਸ ਤੋਂ ਪਹਿਲਾਂ ਕਿਹੜੀ? ਬਿਲਕੁਲ ਸਹੀ ਜੀ, ਸ਼ਿਮਲਾ ਇਹਦੀ ਆਪਣੀ ਉਹ ਸੀਗੀ, ਠੀਕ ਜੀ, ਇੰਡੀਪੈਂਡੈਂਸ ਤੋਂ ਪਹਿਲਾਂ, ਠੀਕ ਹੈ ਜੀ, ਆਫਟਰ ਇੰਡੀਪੈਂਡੈਂਸ, ਠੀਕ ਹੈ। ਜਦੋਂ ਆਪਣੀ ਮਤਲਬ ਆਜ਼ਾਦੀ ਹੋ ਗਈ ਸੀ, ਆਜ਼ਾਦੀ ਤੋਂ ਬਾਅਦ ਆਪਣਾ ਈਸਟ ਪੰਜਾਬ ਵੈਸਟ ਪੰਜਾਬ ਹੋ ਗਏ ਸੀ, ਆਪਾਂ ਨੂੰ ਪਤਾ ਸੀ, ਹੈ ਨਾ। ਜਿਹੜਾ ਈਸਟ ਪੰਜਾਬ ਆਪਣੇ ਹਿੱਸੇ ਆਇਆ ਸੀ, ਉਹਨਾਂ ਨੇ ਉਹ ਪੁੱਛਿਆ ਕਿ ਕਦੋਂ ਸੀਗੀ? 1947 ਤੋਂ। ਸੋ 1947 ਤੋਂ ਲੈ ਕੇ ਨਾ 1953 ਤੱਕ ਸ਼ਿਮਲਾ ਰਾਜਧਾਨੀ ਸੀਗੀ। ਸੋ 1953 ਦੇ ਵਿੱਚ ਬਾਅਦ ਚੋਂ ਚੰਡੀਗੜ੍ਹ, ਜਿਹਨੂੰ ਆਪਾਂ ਬਿਊਟੀਫੁਲ ਸਿਟੀ ਵੀ ਕਹਿ ਦਿੰਦੇ ਹਾਂ, ਚੰਡੀਗੜ੍ਹ ਜਿਹੜਾ ਸੀਗਾ ਆਪਣਾ, ਚੰਡੀਗੜ੍ਹ ਆਪਣੀ ਰਾਜਧਾਨੀ ਉਦੋਂ ਤੋਂ ਚੱਲਦੀ ਆਉਂਦੀ ਆ। ਤੇ ਹੁਣ ਇੱਕ ਚੀਜ਼ ਹੋਰ ਯਾਦ ਰੱਖਿਓ, ਕਈ ਵਾਰ ਪੇਪਰ 'ਚ ਕੁਐਸਚਨ 1947 ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ? ਉਦੋਂ ਸੀਗੀ ਲਾਹੌਰ, ਜੋ ਕਿ ਹੁਣ ਪਾਕਿਸਤਾਨ 'ਚ ਆ। ਫਿਰ ਤੋਂ ਬਾਅਦ 'ਚ ਆਪਾਂ ਪਤਾ ਕਿ ਲਾਹੌਰ ਤਾਂ ਪਾਕਿਸਤਾਨ ਚਲਿਆ ਗਿਆ ਸੀਗਾ, ਠੀਕ ਹੈ ਜੀ। ਸੋ ਪੇਪਰ 'ਚ ਇਹ ਵੀ ਕੁਐਸਚਨ ਆ ਸਕਦਾ। ਸੋ ਇਹ ਤੁਸੀਂ ਨਾ ਕੋਸ਼ਿਸ਼ ਕਰਿਆ ਕਰੋ ਯਾਰ, ਲਿਖ ਲਿਆ ਕਰੋ, ਕੋਸ਼ਿਸ਼ ਕਰੋ, ਠੀਕ ਆ। ਸੋ ਲਿਖਣ ਦੀ ਕੋਸ਼ਿਸ਼ ਕਰੋ, ਜੋ ਤੁਸੀਂ ਥੋੜਾ ਕਰਕੇ ਵਨ ਲਾਈਨਰ ਬਣਾ ਕੇ ਲਿਖੋਗੇ ਨਾ, ਪੇਪਰ 'ਚ ਬਹੁਤ ਹੈਲਪ ਮਿਲੂਗੀ। ਬੈਟਲ ਆਫ ਫਿਰੋਜ਼ਸ਼ਾਹ ਵਾਜ਼, ਫਿਰੋਜ਼ਸ਼ਾਹ ਦੀ ਲੜਾਈ ਐਂਗਲੋ ਇੰਡੀਅਨ ਯੁੱਧ ਦਾ ਵਿੱਚ ਆ ਜੀ। ਪਹਿਲਾ ਐਂਗਲੋ ਇੰਡੀਅਨ ਯੁੱਧ ਹੋਇਆ ਸੀ, ਤੁਹਾਨੂੰ ਮੈਂ ਦੱਸ ਦਿੰਦਾ। ਉਹਦੇ ਵਿੱਚ ਉਹਨਾਂ ਨੇ ਸਾਲ ਪੁੱਛ ਲਿਆ ਹੋਇਆ, ਇੱਥੇ ਇਹਨਾਂ ਨੇ ਸਾਲ ਪੁੱਛਿਆ, ਅੱਗੇ ਇਹ ਡੇਟ ਵੀ ਪੁੱਛ। ਐਕਚੁਅਲ ਦੇ ਵਿੱਚ ਜੇ ਤੁਸੀਂ ਦੇਖਿਓ ਨਾ, ਇਹਨੂੰ ਧਿਆਨ ਨਾਲ ਦੇਖੋ ਤੁਸੀਂ, ਐਕਚੁਅਲ ਦੇ ਵਿੱਚ ਉਹਨਾਂ ਨੇ ਡੇਟ ਹੀ ਪੁੱਛੀ ਹੋਈ ਆ ਤੁਹਾਨੂੰ, ਜੇਕਰ ਤੁਸੀਂ, ਕਿਉਂਕਿ ਇੰਨੀਆਂ ਜਦੋਂ ਕਲੋਜ਼ ਆਪਸ਼ਨਸ ਆ ਜਾਣਾ ਤਾਂ ਇਹਦਾ ਮਤਲਬ ਤੁਹਾਨੂੰ ਜੇ ਡੇਟ ਜ਼ਿਆਦਾ ਤੁਸੀਂ ਤਾਂ ਹੀ ਸਹੀ ਕਰ ਸਕਦੇ ਹੋ। ਦੱਸੋ ਜੀ, ਆਪਾਂ ਕੀਤਾ ਹੋਇਆ ਜੀ ਇਹ ਬਹੁਤ ਚੰਗੀ ਤਰ੍ਹਾਂ ਐਂਗਲੋ ਇੰਡੀਅਨ ਦੀ। ਸੋ ਆਪਾਂ ਪੜ੍ਹਿਆ ਸੀ ਕਿ ਮੁੱਦਕੀ ਦੀ ਲੜਾਈ ਪਹਿਲਾਂ ਹੋਈ ਸੀ ਸਟਾਰਟਿੰਗ ਦੇ ਵਿੱਚ। ਸੋ ਫਿਰੋਜ਼ਸ਼ਾਹ ਦੀ ਲੜਾਈ ਸੀਗੀ। ਸੋ 1845 ਸਹੀ ਆ ਜਾਊਗਾ। ਇਹ ਕੁਐਸਚਨ ਮੈਂ ਟੈਲੀਗ੍ਰਾਮ ਤੇ ਵੀ ਪਾਇਆ ਸੀ, ਬਹੁਤ ਬੱਚਿਆਂ ਨੇ ਇਹ ਗਲਤ ਵੀ ਕੀਤਾ ਸੀ, ਬਹੁਤ ਬੱਚਿਆਂ ਨੇ ਸਹੀ ਵੀ ਕੀਤਾ ਸੀ। 21 ਦਸੰਬਰ ਨੂੰ ਹੋਈ ਸੀ, ਠੀਕ ਹੈ ਜੀ, ਇਹ ਲੜਾਈ 1845, ਠੀਕ ਹੈ ਜੀ। ਨੈਕਸਟ ਆ ਗਿਆ ਜੀ ਆਪਣਾ ਰਾਜੀਵ ਲੌਂਗੋਵਾਲ ਅਕੋਰਡ ਸਾਈਨਡ ਕਦੋਂ ਹੋਇਆ ਸੀ? ਠੀਕ ਹੈ, ਇਹ ਸਮਝੌਤਾ ਕਦੋਂ ਹੋਇਆ? ਇਹ ਪੰਜਾਬ ਪੁਲਿਸ ਦੇ ਵਿੱਚ ਵੀ ਪੇਪਰ ਦੇ ਵਿੱਚ ਵੀ ਕੁਐਸਚਨ ਰਿਪੀਟ ਹੋ ਚੁੱਕਿਆ, ਵਿਦ ਡੇਟ ਪੁੱਛਿਆ ਸੀ ਉਹਨਾਂ ਨੇ, ਠੀਕ ਹੈ, ਈਅਰ ਤਾਂ ਪੁੱਛਿਆ ਸੀ। ਦੱਸੋ ਜੀ। ਸੋ ਇਹ ਆਪਣਾ ਅਲੱਗ ਤੋਂ ਇੱਕ ਟੌਪਿਕ ਆਏਗਾ, ਮੇਰਾ ਆਪਣਾ ਲਿਖਿਆ ਹੋਇਆ, ਕੋਈ ਦਿੱਕਤ ਵਾਲੀ ਗੱਲ ਨਹੀਂ ਗੀ, ਠੀਕ ਹੈ ਜੀ। ਸਾਰਾ ਕਰਵਾਵਾਂਗੇ ਆਪਾਂ ਇਹ ਪੰਜਾਬ ਜੀਕੇ ਦੇ ਵਿੱਚ ਹੀ, ਕਿਉਂਕਿ ਪੰਜਾਬ ਜੀਕੇ ਹੁਣ ਮੈਂ ਕੋਸ਼ਿਸ਼ ਕਰਦੀ ਹਾਂ ਕਿ 5-6 ਕਲਾਸਾਂ ਦੇ ਵਿੱਚ ਆਪਣੀ ਫਿਨਿਸ਼ ਹੋ ਜਾਵੇ, ਕਿਉਂਕਿ ਆਪਾਂ ਹੁਣ ਸਟੈਟਿਕ ਜੀਕੇ ਵੀ ਕਰਨਾ ਵਾ ਨਾਲ। ਸੋ ਸਟੈਟਿਕ ਜੀਕੇ 'ਤੇ ਵੀ ਆਪਾਂ ਫੋਕਸ ਰੱਖਣਾ ਵਾ, ਕਿਉਂਕਿ ਕਲਰਕ ਦੇ ਵਿੱਚ ਥੋੜ੍ਹਾ ਜਿਹਾ ਸਟੈਟਿਕ ਜੀਕੇ ਦੇ ਵਿੱਚੋਂ ਵੀ ਕੁਐਸਚਨ ਬਹੁਤ ਪੁੱਛੇ ਜਾਂਦੇ ਨੇ, ਪੰਜਾਬ ਜੀਕੇ 'ਚੋਂ ਤਾਂ ਪੁੱਛੇ ਹੀ ਜਾਣੇ ਨੇ ਪੱਕੇ। ਸੋ ਇਹ ਹੋਇਆ ਸੀ ਜੀ 24 ਜੁਲਾਈ 1985 ਨੂੰ, ਠੀਕ ਹੈ। ਡੀ ਆਪਸ਼ਨ ਆਪਣੀ ਸਹੀ ਹੋ ਜੂਗੀ, ਰਾਜੀਵ ਗਾਂਧੀ ਤੇ ਲੌਂਗੋਵਾਲ ਦੇ ਵਿੱਚ ਹੋਇਆ ਸੀ, ਹਰਚੰਦ ਸਿੰਘ ਲੌਂਗੋਵਾਲ ਦੇ ਵਿੱਚ। ਨੈਕਸਟ ਆ ਗਿਆ ਜੀ ਸਾਡੇ ਕੋਲੇ ਮੱਧਕਾਲੀਨ ਭਾਰਤ ਵਿੱਚ ਸਭ ਤੋਂ ਪਹਿਲਾਂ ਕਿਸ ਨੇ ਯੁੱਧ ਵਿੱਚ ਤੋਪਖਾਨੇ ਦੀ ਵਰਤੋਂ ਕੀਤੀ ਸੀ? ਬਾਬਰ ਨੇ, ਇਬਰਾਹਿਮ ਲੋਧੀ ਨੇ, ਸ਼ੇਰ ਸ਼ਾਹ ਸੂਰੀ ਨੇ ਜਾਂ ਬਹਾਦਰ ਸ਼ਾਹ ਨੇ? ਦੱਸੋ ਜੀ। ਬਿਲਕੁਲ ਸਹੀ ਜੀ, ਬਾਬਰ ਨੇ ਇਹਦੇ ਵਿੱਚ ਯੁੱਧ ਦੇ ਵਿੱਚ ਤੋਪਖਾਨੇ ਦੀ ਵਰਤੋਂ ਕੀਤੀ ਸੀ ਜੀ, ਠੀਕ ਹੈ। 1526 ਦੇ ਵਿੱਚ ਜਿਹੜਾ ਪਾਣੀਪਤ ਦਾ ਪਹਿਲਾ ਯੁੱਧ ਹੋਇਆ ਸੀ ਨਾ ਬਾਬਰ ਤੇ ਇਬਰਾਹਿਮ ਲੋਧੀ ਦੇ ਵਿੱਚ, ਠੀਕ ਹੈ ਜੀ, ਇਹਦੇ ਵਿੱਚ ਇਹਨਾਂ ਨੇ ਯੂਜ਼ ਕੀਤੀ ਸੀ, ਠੀਕ ਹੈ ਜੀ। ਸੋ ਤੁਸੀਂ ਇਹ 'ਚ ਕਨਫਿਊਜ਼, ਇਹਦੇ ਵਿੱਚ ਬਾਬਰ ਦੀ ਜਿੱਤ ਹੋਈ ਸੀ, ਇਹ ਯਾਦ ਰੱਖਣਾ ਤੁਸੀਂ, ਠੀਕ ਹੈ ਜੀ। ਆਪ ਕਰੰਟ ਅਫੇਅਰ ਦਾ ਦੂਜਾ ਕੁਐਸਚਨ ਆ ਗਿਆ ਜੀ। ਇੱਕ ਕੁਐਸਚਨ ਆਪਾਂ ਪਹਿਲਾਂ ਪੜ੍ਹਦੇ ਸੀ, ਇਹ ਟੈਕਸੀ ਪੰਜਾਬ ਦਾ ਕਰੰਟ ਅਫੇਅਰ 'ਚੋਂ ਆਇਆ ਸੀ। ਇੱਕ ਹੋਰ ਕੁਐਸਚਨ ਆ ਗਿਆ ਸਾਡਾ ਕਰੰਟ ਅਫੇਅਰ ਦਾ, ਹੇਠ ਲਿਖਿਆ ਵਿੱਚੋਂ ਕਿਹੜੀ ਮੋਬਾਈਲ ਐਪਲੀਕੇਸ਼ਨ ਪੰਜਾਬ ਸਰਕਾਰ ਦੁਆਰਾ ਲੋਕਾਂ ਨੂੰ ਰਾਜ ਸਰਕਾਰ ਦੀ ਡਾਇਰੈਕਟਰੀ ਦੀ ਡਿਜੀਟਲ ਐਕਸੈਸ ਲਈ ਲਾਂਚ ਕੀਤੀ ਗਈ ਹੈ? ਸੋ ਨਿਊਜ਼ ਦੇ ਵਿੱਚ ਸੀਗੀ ਜੀ ਇਹ। ਬਿਲਕੁਲ ਸਹੀ ਜੀ, ਇਹਦਾ ਆਪਣਾ ਆਨਸਰ ਬਣਦਾ ਵਾ ਜੀ ਡਿੱਗੀ ਨੈਸਟ, ਠੀਕ ਹੈ ਜੀ। ਡਿੱਗੀ ਨੈਸਟ ਆਪਣਾ ਆਨਸਰ ਬਣਦਾ ਵਾ। ਸੋ ਇਦਾਂ ਦੇ ਕੁਐਸਚਨ ਬਹੁਤ ਸੌਖਾ ਕੁਐਸਚਨ ਆਉਂਦੇ ਨੇ,
ਕਰੰਟ ਅਫੇਅਰ ਵੀ ਕੋਈ ਇਦਾਂ ਦਾ ਨਹੀਂ ਪੁੱਛਦੇ ਕਿ ਉਹ ਸਟੇਟਮੈਂਟ ਵਾਈਜ਼ ਪੁੱਛਣਗੇ। ਸੋ ਤੁਸੀਂ ਅਗਰ ਵੀਕਲੀ ਵੀ ਕਰੋਗੇ ਕਰੰਟ ਅਫੇਅਰ ਕਿਸੇ ਵੀ ਸੋਰਸ ਨੂੰ ਫੋਲੋ ਕਰਕੇ ਤਾਂ ਤੁਹਾਡੇ ਕਵਰ ਹੋ ਜਾਣਗੇ। ਇੰਪੋਰਟੈਂਟ ਕਰਨੇ ਆ ਪਰ। ਫਸਟ ਵੂਮੈਨ ਚੀਫ ਸੈਕਟਰੀ ਆਫ ਪੰਜਾਬ ਕਿਹੜੀ ਸੀ? ਪਹਿਲੀ ਮੁੱਖ ਸਕੱਤਰ ਮਹਿਲਾ ਸਕੱਤਰ ਕੌਣ ਬਣੀ ਸੀ? ਕਿਰਨ ਬੇਦੀ, ਵਿਨੀਤਾ ਰਾਏ, ਵਿਨੀ ਮਹਾਜਨ, ਰੀਤੂ ਮਹੇਸ਼ਵਰੀ। ਇੰਪੋਰਟੈਂਟ ਕੁਐਸਚਨ ਬਣਦਾ, ਇਹਨੂੰ ਤੁਸੀਂ ਕਰ ਲਓ। ਇਹ ਪੇਪਰ ਦੇ ਵਿੱਚ ਐਕਸਪੈਕਟਡ ਆ ਕੇ ਦੁਬਾਰਾ ਵੀ ਰਿਪੀਟ ਹੋ ਸਕਦਾ ਵਾ। ਬਿਲਕੁਲ ਸਹੀ ਜੀ, ਵਿਨੀ ਮਹਾਜਨ। ਠੀਕ ਹੈ ਜੀ, ਵਿਨੀ ਮਹਾਜਨ ਹੈ ਜਿਹੜੀ ਪਹਿਲੀ ਚੀਫ ਸੈਕਟਰੀ ਬਣੀ ਸੀ, ਉਹਨੇ ਰੀਸੈਂਟਲੀ ਹੋਈ ਸੀ। ਠੀਕ ਹੈ ਜੀ, ਥੋੜਾ ਟਾਈਮ ਪਹਿਲਾਂ। 16ਵੀਂ ਸਦੀ ਵਿੱਚ ਇੱਕ ਤਪਸਵੀ ਹਿੰਦੂ ਭਿਕਸ਼ੂ ਅਤੇ ਸਮਾਜ ਸੁਧਾਰਕ ਚੈਤਨਿਆ ਮਹਾਭਾਰਤ ਡੈਸ਼ ਤੋਂ ਸਨ। ਸੋ ਇਹ ਥੋੜਾ ਜਿਹਾ ਔਖਾ ਕੁਐਸਚਨ ਆ ਗਿਆ। ਬੰਗਾਲ ਤੋਂ ਸੀ, ਬਿਹਾਰ ਤੋਂ ਸੀ, ਪੰਜਾਬ ਤੋਂ ਸੀ ਜਾਂ ਉੱਤਰ ਪ੍ਰਦੇਸ਼ ਤੋਂ ਸੀ? ਦੱਸੋ ਜੀ। ਸੋ ਇਹ ਬੰਗਾਲ ਤੋਂ ਸੀਗਾ। ਠੀਕ ਹੈ ਜੀ। ਸੋ ਇਦਾਂ ਦੇ ਕੁਐਸਚਨ ਵੀ ਪੇਪਰ 'ਚ ਆ ਜਾਂਦੇ ਨੇ। ਕਹਿੰਦਾ ਵਟ ਵਾਜ਼ ਦਾ ਨੇਮ ਆਫ ਦਾ ਫਸਟ ਸਪੇਸ ਸ਼ਟਲ? ਕਹਿੰਦਾ ਜੀ ਕਲਪਨਾ ਚਾਵਲਾ ਨੇ 1917 ਵਿੱਚ ਪਹਿਲੀ ਵਾਰ ਕਿਹੜੀ ਸਪੇਸ ਸ਼ਟਲ ਵਿੱਚ ਉਡਾਨ ਭਰੀ ਸੀ? ਅਪੋਲੋ, ਕੋਲੰਬੀਆ, ਚੈਲੰਜਰ ਜਾਂ ਡਿਸਕਵਰੀ? ਦੱਸੋ ਜੀ। ਬਿਲਕੁਲ ਸਹੀ ਜੀ, ਕੋਲੰਬੀਆ ਤੋਂ ਭਰੀ ਸੀ। ਸੋ ਇਸ ਤਰ੍ਹਾਂ ਨਾਲ ਹੁਣ ਆਪਣੇ ਇਹ ਸਾਰੇ ਕੁਐਸਚਨ ਆਪਣੇ ਖਤਮ ਹੋ ਚੁੱਕੇ ਨੇ। ਠੀਕ ਹੈ ਜੀ। ਹੁਣ ਤੁਸੀਂ ਕੀ ਕਰਨਾ ਵਾ, ਇਸ ਤੋਂ ਅਗਲੀ ਕਲਾਸ ਦੇ ਵਿੱਚ ਆਪਾਂ ਕੀ ਕਰਨ ਆਏ ਆ, ਹੁਣ ਆਪਣੇ ਕਿੰਨੇ ਕੁਐਸਚਨ ਹੋ ਗਏ? 80 ਕੁਐਸਚਨ ਆਪਣੇ ਆਲਰੇਡੀ ਹੋ ਚੁੱਕੇ ਨੇ। 80 ਕੁਐਸਚਨ ਤੁਸੀਂ ਰਿਵੀਜ਼ਨ ਕਰ ਲਿਆ, ਮੌਕ ਟੈਸਟ ਕਰ ਲਿਆ, ਨਾਲ ਤੁਸੀਂ ਲਾ ਲਓ ਕਿ 30-40 ਕੁਐਸਚਨ ਮੈਂ ਤੁਹਾਨੂੰ ਹੋਰ ਕਰਵਾ ਦਿੱਤੇ ਨੇ ਇਹਦੇ ਨਾਲ ਹੀ, ਜਿਹੜੇ ਮੈਂ ਐਡੀਸ਼ਨਲ ਫੈਕਟ ਤੁਹਾਨੂੰ ਦੱਸੇ ਨੇ। ਇੱਕ ਦੋ ਕਈ ਕੁਐਸਚਨਾਂ ਦੇ ਦਿੱਤੇ ਨੇ, ਦੋ। ਸੋ ਤੁਸੀਂ ਐਡੀਸ਼ਨਲ ਮੰਨ ਕੇ ਚੱਲੋ ਕਿ ਤੁਸੀਂ ਇੰਨੀ ਕੁਐਸਚਨ ਦੀ ਰਿਵੀਜ਼ਨ 120 ਕੁਐਸਚਨ ਦੀ ਰਿਵੀਜ਼ਨ ਤੁਸੀਂ ਆਲਰੇਡੀ ਕਰ ਚੁੱਕੇ ਹੋ। ਨੈਕਸਟ ਹੁਣ ਤੁਸੀਂ ਕੀ ਧਿਆਨ ਰੱਖਣਾ ਵਾ ਜੀ, ਅਗਲਾ ਆਪਣਾ ਪੇਪਰ ਕਿਹੜਾ ਆਪਾਂ ਕਰਨ ਜਾ ਰਹੇ ਹਾਂ? ਅਗਲਾ ਪੇਪਰ ਆਪਾਂ ਕਰਾਂਗੇ ਜੀ ਕਲਰਕ ਦਾ ਨਾ। 11 ਦਸੰਬਰ ਨੂੰ ਐਗਜ਼ਾਮ ਹੋਇਆ ਸੀ ਇੱਕ ਅਕਾਊਂਟਸ ਦਾ, ਤੇ 11 ਦਸੰਬਰ ਨੂੰ ਹੀ ਇੱਕ IT ਕਲਰਕ ਦਾ ਐਗਜ਼ਾਮ ਹੋਇਆ ਸੀ। ਵੈਸੇ ਤਾਂ ਇਹ ਕਲਰਕ ਦਾ ਦੂਸਰੇ ਐਗਜ਼ਾਮ ਸੀਗੇ, ਪਰ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਵੀ 30 ਨੰਬਰ ਦੀ GK ਤੇ ਪੰਜਾਬ GK ਆਈ ਹੋਈ ਸੀ, ਇਹਦੇ ਵਿੱਚ ਵੀ 30 ਨੰਬਰ ਦੀ GK ਤੇ ਪੰਜਾਬ GK ਆਈ ਸੀ। ਸੋ ਤੁਸੀਂ ਦੇਖ ਸਕਦੇ ਹੋ GK ਤੁਹਾਡਾ ਚਾਹੇ ਟੈਕਨੀਕਲ ਪੇਪਰ ਆ, ਚਾਹੇ ਤੁਹਾਡਾ ਸਪੈਸ਼ਲ ਫੀਲਡ ਨਾਲ ਰਿਲੇਟਡ ਪੇਪਰ ਆ, GK ਤੁਹਾਡੇ ਵਿੱਚ ਇੰਨੀ ਆਉਣੀ ਹੀ ਆਉਣੀ ਆ। ਸੋ GK ਕਰਨੀ ਬਹੁਤ ਜ਼ਰੂਰੀ ਆ ਤੁਹਾਡੇ ਲਈ। ਠੀਕ ਆ। ਸੋ ਇਸੇ ਨਾਲ ਹੀ ਹੁਣ ਆਪਾਂ ਆਪਣੀ ਕਲਾਸ ਖਤਮ ਕਰਦੇ ਹਾਂ। ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ। ਉਮੀਦ ਆ ਕਿ ਤੁਸੀਂ ਨੋਟਬੁੱਕ ਨਾਲ ਰੱਖੀ ਹੋਏਗੀ, ਤੇ ਨਾਲ ਜੋ ਆਪਾਂ ਐਡੀਸ਼ਨਲ ਫੈਕਟ ਦੇ ਰਹੇ ਹਾਂ ਉਹ ਤੁਸੀਂ ਕਰ ਰਹੇ ਹੋ। ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੀਆਂ ਥਿਊਰੀ ਦੀਆਂ ਕਲਾਸਾਂ ਜ਼ਰੂਰ ਦੇਖੋ, ਤਾਂ ਕਿ ਤੁਹਾਨੂੰ ਅੱਗੇ ਆਉਣ ਵਾਲੇ ਕਿਸੇ ਵੀ ਪੇਪਰ ਦੇ ਵਿੱਚ ਦੁਬਾਰਾ ਨਾ ਸੋਚਣਾ ਪਵੇ ਕਿ ਮੇਰਾ ਮਾਡਰਨ ਹਿਸਟਰੀ ਰਹਿ ਗਿਆ, ਮੇਰਾ ਪੰਜਾਬ GK ਰਹਿ ਗਿਆ, ਮੇਰਾ ਪੋਲਿਟੀ ਰਹਿ ਗਿਆ। ਠੀਕ ਆ। ਸੋ ਜਿਵੇਂ ਮੈਂ ਤੁਹਾਨੂੰ ਇਸ ਲਈ ਇਹ ਸੀਰੀਜ਼ ਸ਼ੁਰੂ ਕੀਤੀ ਆ ਕਿ ਤੁਹਾਨੂੰ ਨਾਲ ਦੀ ਨਾਲ ਥੋੜਾ ਤੁਹਾਡੀ ਰਿਵੀਜ਼ਨ ਹੋਈ ਜਾਊਗੀ, ਤੇ ਜਿਹੜੀ ਚੀਜ਼ਾਂ ਤੁਹਾਨੂੰ ਨਹੀਂ ਵੀ ਪਤਾ, ਜਿਹੜੀਆਂ ਚੀਜ਼ਾਂ ਅਜੇ ਆਪਾਂ ਕਰਨੀਆਂ ਵੀ ਨੇ, ਤੁਹਾਨੂੰ ਪਹਿਲਾਂ ਤੋਂ ਤੁਸੀਂ ਅਵੇਅਰ ਰਹੋਗੇ। ਹਾਂ ਇਹ ਚੀਜ਼, ਹਾਂ ਇਹ ਇੰਪੋਰਟੈਂਟ, ਜਦੋਂ ਮੈਂ ਨਾਲ ਕਰਵਾ ਉਦੋਂ ਵੀ ਤੁਹਾਨੂੰ ਇੱਦਾਂ ਹੋਊਗਾ ਕਿ ਹਾਂ ਯਾਰ ਇਹ ਚੀਜ਼ ਆਪਣੀ ਪੇਪਰ 'ਚ ਆਈ ਹੋਈ ਹੈ, ਇਹ ਚੀਜ਼ ਇੰਪੋਰਟੈਂਟ ਬਣਦੀ ਆ। ਠੀਕ ਹੈ ਜੀ। ਸੋ ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ।